परम सत्कारयोग उपस्थित साध संगत जी, सब अपनी अपनी रसना ਨੂੰ पवित्र करिए। ਗੱਜ के आखो ਧੰਨ श्री सतगुरु हरि सिंह जी। नामधारी हिरदे सम्राट सतगुरु ਨੂੰ याद करिए। सब ਗੱਜ के आखो ਧੰਨ श्री सतगुरु जगजीत सिंह जी। वक्त ਦੇ मालक ਨੂੰ याद करिए, कोई रसना वांझी ना रह जावे। सब ਗੱਜ के आखो ਧੰਨ श्री सतगुरु उदय सिंह जी। साध संगत जी, आप जी श्री सतगुरु हरि सिंह ਦਾ ਇਤਿਹਾਸ ਸਰਵਣ ਕਰ ਰਹੇ ਸੀ। ਸਤਿਗੁਰੂ ਹਰੀ ਸਿੰਘ ਜੀ ਦਾ ਜਿਹੜਾ ਸਮਾਂ ਸੀ ਉਹ ਬਹੁਤ ਕਠਿਨਾਈਆਂ ਭਰਿਆ ਸੀ, ਜਿਸ ਵਿੱਚ ਸਿੱਖਾਂ ਦੇ ਉੱਤੇ ਸਰਕਾਰ ਵੱਲੋਂ ਬਹੁਤ ਅਤਿਆਚਾਰ ਕੀਤੇ ਜਾਂਦੇ ਸਨ। ਧੰਨ ਸਨ ਸਿੱਖ ਜਿਹੜੇ ਫਿਰ ਵੀ ਸਿੱਖੀ ਨੂੰ ਧਾਰਨ ਕਰਕੇ ਤੇ ਮਨ ਨਹੀਂ ਸਨ ਡੋਲਣ ਦਿੰਦੇ ਆਪਣੇ। ਇਹ ਸਾਰੀ ਬਖਸ਼ਿਸ਼ ਸਿੱਖੀ ਸਤਿਗੁਰੂ ਰਾਮ ਸਿੰਘ ਜੀ ਨੇ ਸਾਜੀ, ਪਰ ਉਹ ਸਿੱਖੀ ਸਾਜੀ ਜਿਹੜੀ ਸੀਗੀ ਉਹਨੂੰ ਹਰਿਆਂ ਭਰਿਆਂ ਰੱਖਿਆ ਸਤਿਗੁਰੂ ਹਰੀ ਸਿੰਘ ਜੀ ਨੇ। ਜਿਨ ਨਾਮ ਹਰੀ ਤਿਨ ਕਾਮ ਹਰੀ। ਬੀਬੀ ਨੰਦਾ ਬਹੁਤ ਗਲਤ ਬੋਲਣਾ, ਸਤਿਗੁਰੂ ਰਾਮ ਸਿੰਘ ਜੀ ਨੂੰ ਸਤਿਗੁਰੂ ਹਰੀ ਸਿੰਘ ਜੀ ਨੂੰ ਗਲਤ ਬੋਲਣਾ, ਤੇ ਸਤਿਗੁਰੂ ਹਰੀ ਸਿੰਘ ਜੀ ਨੇ ਸਤਿਗੁਰੂ ਰਾਮ ਸਿੰਘ ਜੀ ਨੂੰ ਲਿਖ ਕੇ ਭੇਜਿਆ ਕਿ ਬੀਬੀ ਨੰਦਾ ਇਸ ਤਰ੍ਹਾਂ ਬੋਲਦੀ ਹੈ। ਤੇ ਇੱਕ ਦਿਨ ਬੀਬੀ ਨੰਦਾ ਨੇ ਵੀ ਹੁਕਮਨਾਮਾ ਭੇਜਿਆ ਲਿਖ ਕੇ ਕਿ ਸੱਚ ਪਾਤਸ਼ਾਹ ਜੀ ਵੱਲ ਕਿ ਤੁਸੀਂ ਹੀ ਮਾਲਕ ਸੀ ਬਾਗ ਦੇ, ਤੁਸੀਂ ਚਲੇ ਗਏ, ਹੁਣ ਤੇ ਤੋਤੇ ਰਹਿ ਗਏ। ਇਸ ਤਰ੍ਹਾਂ ਦਾ ਇਹ ਬਚਨ ਉਹਨੇ ਸਤਿਗੁਰੂ ਹਰੀ ਸਿੰਘ ਜੀ ਵਾਸਤੇ ਬਹੁਤ ਬੋਲੇ, ਅਪਸ਼ਬਦ ਬੋਲੇ, ਲਿਖ ਕੇ ਭੇਜੇ। ਸਤਿਗੁਰੂ ਰਾਮ ਸਿੰਘ ਜੀ ਉੱਤਰ ਦਿੱਤਾ ਕਿ ਬੀਬੀ ਜੇ ਤੂੰ ਭੈਣੀ ਸਾਹਿਬ ਵਿੱਚ ਰਹਿਣਾ, ਸੇਵਾ ਕਰਿਆ ਕਰ, ਇਹਨਾਂ ਦੇ ਹੁਕਮਾਂ ਵਿੱਚ ਚੱਲ, ਨਹੀਂ ਤੇ ਆਪਣੇ ਪਿੰਡ ਵਾਪਸ ਚਲੀ ਜਾ। ਨਾਲ ਬਚਨ ਕੀਤਾ, ਆ ਜਿੰਨੀ ਵੀ ਸਿੱਖੀ ਏ, ਇਹ ਜਿਹੜਾ ਵੀ ਰੁੰਡ ਮਰੁੰਡ ਕੁਝ ਵੀ ਦਿਸ ਰਿਹਾ ਤੈਨੂੰ, ਇਹ ਸਿਰਫ ਇਹਨਾਂ ਦੇ ਕਰਕੇ ਹੀ ਏ, ਪਰ ਜੇ ਇਹ ਨਾ ਹੁੰਦੇ ਤੇ ਇਹ ਵੀ ਨਹੀਂ ਸੀ ਰਹਿਣਾ। ਸਾਧ ਸੰਗਤ ਜੀ, ਇਹ ਉਹ ਸਿੱਖੀ ਸਤਿਗੁਰੂ ਹਰੀ ਸਿੰਘ ਜੀ ਦੇ ਵੇਲੇ ਜਿਹੜੀ ਸੱਚ ਪਾਤਸ਼ਾਹ ਜੀ ਸਾਂਭ ਕੇ ਰੱਖੀ। ਸਤਿਗੁਰੂ ਰਾਮ ਸਿੰਘ ਜੀ ਵੇਲੇ ਸਿੱਖ ਹੋਏ ਨੇ, ਉਹ ਫਿਰ ਆਣ ਕੇ ਸਤਿਗੁਰੂ ਹਰੀ ਸਿੰਘ ਜੀ ਵੇਲੇ ਚੜ੍ਹਾਈ ਕੀਤੇ। ਉਹਨਾਂ ਦੇ ਉੱਤੇ ਸਤਿਗੁਰੂ ਹਰੀ ਸਿੰਘ ਜੀ ਦੀਆਂ ਅਪਾਰ ਬਖਸ਼ਿਸ਼ਾਂ ਸਨ, ਖੁਸ਼ੀਆਂ ਦੇ ਪਾਤਰ ਸਨ ਉਹ ਸਤਿਗੁਰੂ ਹਰੀ ਸਿੰਘ ਜੀ ਦੇ। ਤੁਸੀਂ ਕਾਫੀ ਵਾਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਉਪਦੇਸ਼ ਵਿੱਚ ਵੀ ਸੁਣਿਆ ਹੋਵੇਗਾ। ਬਾਬਾ ਬੁੱਢਾ ਸਿੰਘ ਜੀ ਵਾਂ ਪਿੰਡ ਦੇ ਸਨ। ਪਹਿਲਾਂ ਉਹ ਵਾਂ ਪਿੰਡ ਸੀ, ਫਿਰ ਉਹ ਬਾਹਰਲੇ ਦੀ ਵਾਂ ਸੀ। ਜਦੋਂ ਬਾਬਾ ਬੁੱਢਾ ਸਿੰਘ ਜੀ ਉੱਥੇ ਪ੍ਰਗਟ ਹੋਏ, ਭਾਵ ਉਹਨਾਂ ਦਾ ਪ੍ਰਚਾਰ ਵਧਿਆ, ਭਜਨ ਬਾਣੀ ਕੀਤਾ, ਉਹਨਾਂ ਦਾ ਤੇਜ ਪ੍ਰਤਾਪ ਵਧਿਆ, ਤੇ ਉਹ ਬਾਬੇ ਬੁੱਢੇ ਵਾਲੀ ਵਾਂ ਉਹਦਾ ਨਾਮ ਬਦਲ ਕੇ ਹੋ ਗਿਆ। ਬਾਬਾ ਬੁੱਢਾ ਸਿੰਘ ਜੀ ਨੇ 3 ਵਿਆਹ ਕਰਵਾਏ ਸਨ। ਉਹਨਾਂ ਦੇ ਘਰ ਪੁੱਤਰ ਨਹੀਂ ਸੀ ਹੁੰਦਾ। ਜੇ ਪੁੱਤਰ ਹੁੰਦਾ ਸੀ ਤਾਂ ਉਹ ਚੜ੍ਹਾਈ ਕਰ ਜਾਂਦਾ ਸੀ। ਉਹਨਾਂ ਦੀ ਜਿਹੜੀ ਸਿੰਘਣੀ ਸੀ, ਇੱਕ ਰਾਮੋ ਸੀ, ਇੱਕ ਗੰਗੀ ਸੀ। ਉਹਨਾਂ ਦੇ ਘਰ ਪੁੱਤਰ ਹੋਏ, ਚੜ੍ਹਾਈ ਕਰ ਗਏ। ਫਿਰ ਇੰਦੀ ਉਹਨਾਂ ਨੇ ਤੀਸਰਾ ਵਿਆਹ ਕਰਾਇਆ, ਉਸ ਬੀਬੀ ਦਾ ਨਾਂ ਇੰਦੀ ਸੀ। ਇਹ ਸਤਿਗੁਰੂ ਰਾਮ ਸਿੰਘ ਦੇ ਚਰਨਾਂ 'ਚ ਆਉਣ ਤੋਂ ਪਹਿਲਾਂ ਦਾ ਜ਼ਿਕਰ ਆ ਉਹਨਾਂ ਦਾ। ਉਹ ਜਿਹੜੀਆਂ ਦੋਵੇਂ ਸਿੰਘਣੀਆਂ ਸਨ ਉਹ ਵੀ ਚੜ੍ਹਾਈ ਕਰ ਗਈਆਂ। ਪੁੱਤਰ ਹੋਣਾ, ਸਿੰਘਣੀ ਵੀ ਚੜ੍ਹਾਈ ਕਰ ਜਾਣੀ, ਪੁੱਤਰ ਵੀ ਚੜ੍ਹਾਈ ਕਰ ਜਾਣਾ। ਫਿਰ ਦੂਸਰਾ ਵਿਆਹ ਕਰਾਇਆ, ਫਿਰ ਪੁੱਤਰ ਹੋਇਆ, ਫਿਰ ਉਹ ਚੜ੍ਹਾਈ ਕਰ ਗਿਆ। ਫਿਰ ਤੀਸਰਾ ਵਿਆਹ ਕਰਾਇਆ। ਉਦੋਂ ਤੀਸਰਾ ਵਿਆਹ ਕਰਾਉਣ ਤੋਂ ਪਹਿਲਾਂ ਉਹ ਸਤਿਗੁਰੂ ਰਾਮ ਸਿੰਘ ਦੇ ਚਰਨਾਂ ਵਿੱਚ ਆ ਗਏ ਸਨ। ਸਤਿਗੁਰੂ ਰਾਮ ਸਿੰਘ ਜੀ ਦੇ ਇਸ ਤਰ੍ਹਾਂ ਚਰਨਾਂ ਵਿੱਚ ਆਏ ਕਿ ਜਦੋਂ ਬੋਲ ਲੱਗਾ ਜੋੜਾ ਲਾ ਕੇ ਬੋਲ ਦੀ ਰਾਖੀ ਬੈਠੇ ਸਨ। ਉਹ ਸਾਫ਼ ਕਰ ਰਹੇ ਸਨ ਕਣਕ ਨੂੰ। ਬੋਲ ਲੱਗੇ ਵਿੱਚ ਇੱਕ ਵਾਵਰੋਲਾ ਦਿਸਿਆ, ਉਹ ਵੀ ਅੱਗ ਦਾ। ਹਮੇਸ਼ਾ ਵਾਵਰੋਲਾ ਜਿਹੜਾ ਹੁੰਦਾ ਹੈ ਉਹ ਆਪਾਂ ਘੱਟੇ ਦਾ, ਮਿੱਟੀ ਦਾ ਦੇਖਦੇ ਹਾਂ, ਪਰ ਉਹਨਾਂ ਨੂੰ ਅੱਗ ਦਾ ਦਿਸਿਆ। ਅਤੇ ਉਸ ਵਿੱਚੋਂ ਆਵਾਜ਼ ਆਈ ਕਿ ਨਾ ਮੇਰਾ ਭੈਣੀ ਰਾਮ ਸਿੰਘ ਆ, ਪਿੰਡ ਭੈਣੀ ਰਾਈਆਂ, ਲੁਧਿਆਣੇ ਤੋਂ ਚੜ੍ਹਦੇ ਵੱਲ ਨੂੰ 10 ਕੋਹ 'ਤੇ, ਜੇ ਮੈਨੂੰ ਮਿਲਣਾ ਤਾਂ ਛੇਤੀ ਚੱਲ ਪੈ। ਉਸੇ ਵੇਲੇ ਹੀ ਉਸ ਵਾਵਰੋਲੇ ਦੇ ਮਗਰ ਚੱਲ ਪਏ। ਰਸਤੇ ਵਿੱਚ 2 ਦਰਿਆ ਪੈਂਦੇ ਸਨ, ਪਰ ਉਹਨਾਂ ਨੂੰ ਨਹੀਂ ਪਤਾ ਲੱਗਾ ਕਿਹੜੇ ਵੇਲੇ ਉਹ ਦਰਿਆ ਲੰਘ ਕੇ
ਜਦੋਂ ਉਹ ਲੁਧਿਆਣੇ ਤੋਂ ਗਾਂਹ ਆ ਗਏ, ਹੀਰਾਂ ਲਾਟੋਂ ਜਿਹੜਾ ਸੀ ਇਹ ਭੈਣੀ ਸਾਹਿਬ ਦੇ ਬਿਲਕੁਲ ਨਾਲ ਦੇ ਪਿੰਡ ਨੇ। ਇਹ ਭੈਣੀ ਸਾਹਿਬ ਤੋਂ ਥੋੜ੍ਹਾ ਜਿਹਾ ਇੱਕ ਚੁਬਾਰੇ 'ਤੇ ਉੱਚੀ ਥਾਂ 'ਤੇ ਚੜ੍ਹ ਕੇ ਵੇਖੀਏ ਤਾਂ ਦਿਸ ਵੀ ਪੈਂਦੇ ਨੇ ਪਿੰਡ। ਜਦੋਂ ਉੱਥੇ ਆਏ ਤਾਂ ਵਾਵਰੋਲਾ ਜਿਹੜਾ ਸੀ ਉਹ ਅੱਗੋਂ ਖ਼ਤਮ ਹੋ ਗਿਆ, ਅਲੋਪ ਹੋ ਗਿਆ। ਵਾਵਰੋਲਾ ਅਲੋਪ ਹੋ ਗਿਆ। ਸੰਤਾਂ ਨੇ ਨਾਲ ਦੇ ਕਿਸੇ ਪੁੱਛਿਆ ਲੋਕਾਂ ਨੂੰ ਕਿ ਇੱਥੇ ਭੈਣੀ ਪਿੰਡ ਵੀ ਹੈਗਾ। ਉਹਨਾਂ ਨੇ ਦੱਸਿਆ ਵੀ ਉਹ ਸਾਹਮਣੇ ਭੈਣੀ ਪਿੰਡ ਆ। ਉਹ ਭੈਣੀ ਸਾਹਿਬ ਵਿੱਚ ਰਾਈਆਂ ਪਿੰਡ ਆ। ਰਾਈਆਂ ਵਿੱਚ ਆਏ ਪਿੰਡ ਵਿੱਚ ਜਦੋਂ, ਕਿਉਂਕਿ ਉਸ ਵੇਲੇ ਹੱਲੇ ਸਤਿਗੁਰੂ ਰਾਮ ਸਿੰਘ ਜੀ ਰਾਈਆਂ ਪਿੰਡ ਵਿੱਚ ਇਹਨਾਂ ਨੂੰ ਹੁਕਮ ਕੀਤਾ ਸੀ ਆਉਣ ਵਾਸਤੇ। ਇਹ ਰਾਈਆਂ ਪਿੰਡ ਵਿੱਚ ਆਏ। ਅੱਗੋਂ ਸਤਿਗੁਰੂ ਰਾਮ ਸਿੰਘ ਜੀ ਕਛਹਿਰਾ ਪਾਇਆ, ਦਸਤਾਰ ਸਜਾਈਏ, ਮੋਢੇ 'ਤੇ ਪਰਨਾ ਰੱਖਿਆ, ਪਊਏ ਪਾਏ ਨੇ ਅਤੇ ਇਸ ਤਰ੍ਹਾਂ ਗੜਵਾ ਹੱਥ ਵਿੱਚ ਫੜਿਆ। ਰਾਈਆਂ ਪਿੰਡ ਤੋਂ ਬਾਹਰ ਨੂੰ ਜਾ ਰਹੇ ਨੇ। ਅੱਗੋਂ ਸੰਤ ਮਿਲੇ ਬਾਬਾ ਬੁੱਢਾ ਸਿੰਘ ਜੀ। ਉਹਨਾਂ ਨੇ ਆਖਿਆ ਵੀ ਇੱਥੇ ਕੋਈ ਰਾਮ ਸਿੰਘ ਵੀ ਹੈਗਾ। ਸਤਿਗੁਰੂ ਰਾਮ ਸਿੰਘ ਜੀ ਬਚਨ ਕੀਤਾ ਹੈਗਾ ਇੱਕ ਰਾਮ ਸਿੰਘ। ਪਿੰਡ ਵਿੱਚ ਇੱਕ ਹੋਰ ਵੀ ਰਾਮ ਸਿੰਘ ਨਾਂ ਦਾ ਸਿੱਖ ਸੀ। ਉਹਦੇ ਕੋਲ ਗਿਆ, ਜਾ ਕੇ ਉਹਨਾਂ ਨੇ ਬੜਾ ਆਦਰ ਮਾਣ ਕਰਕੇ ਬਿਠਾਇਆ, ਗੱਲਬਾਤ ਕੀਤੀ। ਪਰ ਜਿਹੜੀ ਗੱਲਬਾਤ ਵਾਸਤੇ ਉਹ ਆਏ ਸਨ ਉਹ ਲੱਗੀ ਨਾ। ਉਹਨਾਂ ਨੇ ਪੁੱਛ ਲਿਆ ਫਿਰ ਵੀ ਪਿੰਡ ਵਿੱਚ ਕੋਈ ਹੋਰ ਵੀ ਰਾਮ ਸਿੰਘ ਹੈਗਾ। ਉਹ ਕਹਿੰਦੇ ਇੱਥੇ ਹੈਗਾ ਇੱਕ ਕਮਲਾ ਜਿਹਾ। ਸਤਿਗੁਰੂ ਪ੍ਰਤਾਪ ਸਿੰਘ ਦੇ ਦੇਸ਼ ਵਿੱਚ ਇੱਦਾਂ ਆਉਂਦਾ ਹੈ ਕਿ ਉਹਨਾਂ ਨੇ ਆਖਿਆ ਕਿ ਹੈਗਾ ਇੱਥੇ ਕਮਲਾ ਜਿਹਾ, ਪਊਏ ਪਾਈ ਫਿਰਦਾ ਸਾਰਾ ਦਿਨ। ਉਹ ਕਹਿੰਦੇ ਓਹੋ, ਉਹੀ ਤਾਂ ਮੈਨੂੰ ਬਾਹਰ ਮਿਲੇ ਸਨ, ਮੈਂ ਹੀ ਨਹੀਂ ਉਹਨਾਂ ਨੂੰ ਪਛਾਣ ਸਕਿਆ। ਉਹ ਤਾਂ ਮੈਨੂੰ ਆਪ ਅੱਗੇ ਲੈਣ ਆਏ ਸਨ। ਫਿਰ ਉਹਨਾਂ ਨੇ ਸਤਿਗੁਰੂ ਰਾਮ ਸਿੰਘ ਜੀ ਵੱਲ, ਉਹਨਾਂ ਨੂੰ ਪਤਾ ਸੀ ਵੀ ਕਿੱਥੇ ਮਿਲੇ ਸਨ, ਉੱਧਰ ਨੂੰ ਗਏ। ਪਿੰਡ ਤੋਂ ਬਾਹਰ ਇੱਕ ਛੱਪੜ ਸੀ, ਉਸ ਛੱਪੜ ਦੇ ਕੋਲ ਬੈਠੇ ਸਨ ਸਤਿਗੁਰੂ ਰਾਮ ਸਿੰਘ ਜੀ। ਜਾ ਕੇ ਮੱਥਾ ਟੇਕਿਆ ਅਤੇ ਸੱਚ ਪਾਤਸ਼ਾਹ ਜੀ ਬਚਨ ਕੀਤਾ, ਸਤਿਗੁਰੂ ਰਾਮ ਸਿੰਘ ਜੀ ਵਿਖਾਈਏ ਫਿਰ ਕੁਝ। ਉਹ ਕਹਿੰਦੇ ਜੀ ਜਿਸ ਤਰ੍ਹਾਂ ਆਪ ਜੀ ਦੀ ਰਜਾ ਹੋਵੇ। ਸਤਿਗੁਰੂ ਰਾਮ ਸਿੰਘ ਜੀ ਬੈਠੇ ਨੇ, ਨਾਲ 11 ਪਾਤਸ਼ਾਹੀਆਂ ਦੇ ਦਰਸ਼ਨ ਕਰਾਤੇ ਅਤੇ 12ਵੇਂ ਆਪਣੇ 12 ਹੀ ਪਾਤਸ਼ਾਹੀਆਂ ਦੇ ਦਰਸ਼ਨ ਕਰਵਾਏ। ਬਾਬਾ ਬੁੱਢਾ ਸਿੰਘ ਜੀ ਨੂੰ ਭਜਨ ਦਿੱਤਾ, ਸਿੱਖੀ ਨੂੰ ਧਾਰਨ ਕਰ ਲਿਆ। ਮਨ ਵਿੱਚ ਪੂਰਨ ਵਿਸ਼ਵਾਸ ਬੱਝ ਗਿਆ। ਘਰੇ ਆ ਗਏ, ਭਜਨ ਬਾਣੀ ਕਰਨਾ ਸ਼ੁਰੂ ਕਰ ਦਿੱਤਾ। ਇੱਕ ਦਿਨ ਫਿਰ ਇਸੇ ਤਰ੍ਹਾਂ ਹੀ ਬੈਠੇ ਨੇ, ਉਹਨਾਂ ਨੂੰ ਆਵਾਜ਼ ਆਈ, ਆਕਾਸ਼ਬਾਣੀ ਹੋਈ ਕਿ ਜਾ ਬੁੱਢਾ ਸਿਆਂ ਤੈਨੂੰ ਬਖਸ਼ਿਆ। ਉਹਨਾਂ ਨੇ ਇਸ ਗੱਲ ਦੀ ਪਰਵਾਹ ਨਾ ਕੀਤੀ। ਉਹ ਕਹਿੰਦਾ ਮੈਂ ਨਹੀਂ ਮੰਨਦਾ ਇਸ ਗੱਲ ਨੂੰ। ਉਹ ਕਹਿੰਦੇ ਜਾ ਬੁੱਢਾ ਸਿਆਂ ਤੈਨੂੰ ਬਖਸ਼ਿਆ, ਦੂਜੀ ਵਾਰੀ ਆਖਿਆ। ਉਹ ਕਹਿੰਦੇ ਜੇ ਸਤਿਗੁਰੂ ਰਾਮ ਸਿੰਘ ਦੀ ਦੇਹ ਵਿੱਚੋਂ, ਉਹ ਪਹਿਲਾਂ ਆਵਾਜ਼ ਆਈ ਵੀ ਕਿਸ ਤਰ੍ਹਾਂ ਮੰਨੇਗਾ। ਉਹ ਕਹਿੰਦਾ ਜੇ ਸਤਿਗੁਰੂ ਰਾਮ ਸਿੰਘ ਦੀ ਦੇਹ ਵਿੱਚੋਂ ਆਵਾਜ਼ ਸੁਣਾ ਫਿਰ ਮੰਨਦਾ, ਮੈਂ ਹੋਰ ਕਿਸੇ ਦੀ ਗੱਲ ਨੂੰ ਨਹੀਂ ਮੰਨਦਾ। ਹੁਣ ਵਿਸ਼ਵਾਸ ਇੰਨਾ ਦ੍ਰਿੜ ਹੋ ਗਿਆ ਸਤਿਗੁਰੂ ਰਾਮ ਸਿੰਘ ਜੀ ਵਾਸਤੇ। ਫਿਰ ਉਹ ਆਂਦੇ ਠੀਕ ਹੈ ਭੈਣੀ ਸਾਹਿਬ ਆ ਜਾ। ਭੈਣੀ ਸਾਹਿਬ ਆਏ। ਸੱਚ ਪਾਤਸ਼ਾਹ ਜੀ ਉਦੋਂ ਜਿਹੜਾ ਅੱਜ ਕੱਲ੍ਹ ਭੈਣੀ ਸਾਹਿਬ ਦਾ ਡਿਓੜੀ ਦਾ ਗੇਟ ਆ, ਤੁਸੀਂ ਦੇਖਦੇ ਹੋ ਲੰਗਰ ਵਾਲਾ ਕਿੰਨਾ ਵੱਡਾ ਬਣ ਗਿਆ। ਪੁਰਾਣਾ ਗੇਟ ਵੀ ਜਿਨ੍ਹਾਂ ਨੇ ਵੇਖਿਆ ਹੋਏਗਾ ਉਹ ਵੀ ਬਹੁਤ ਵੱਡਾ ਸੀ। ਪਰ ਜਦੋਂ ਸਤਿਗੁਰੂ ਰਾਮ ਸਿੰਘ ਦੇ ਸਮੇਂ ਉਹ ਛੋਟਾ ਜਿਹਾ ਗੇਟ ਸੀ, ਦਰਵਾਜ਼ਾ ਸੀ। ਸਤਿਗੁਰੂ ਰਾਮ ਸਿੰਘ ਜੀ ਉਹਦੀਆਂ ਦਲੀਜਾਂ ਨੂੰ ਇਸ ਤਰ੍ਹਾਂ ਹੱਥ ਪਾ ਕੇ ਦਰਵਾਜ਼ੇ ਨੂੰ ਖੜ੍ਹੇ ਹੋਏ ਨੇ। ਜਦੋਂ ਬਾਬਾ ਬੁੱਢਾ ਸਿੰਘ ਜੀ ਆਏ, ਮੱਥਾ ਟੇਕਿਆ ਅਤੇ ਸੱਚ ਪਾਤਸ਼ਾਹ ਜੀ ਬਚਨ ਕੀਤਾ, ਬੁੱਢਾ ਸਿਆਂ ਤੈਨੂੰ ਬਖਸ਼ਿਆ। ਜਿਹੜਾ ਆਵਾਜ਼ਾ ਉੱਥੇ ਕੀਤਾ ਸੀ ਉਹੀ ਫਿਰ ਕੀਤਾ। ਚਰਨਾਂ 'ਤੇ ਡਿੱਗ ਗਏ ਅਤੇ ਬਖਸ਼ਿਸ਼ ਮੰਗੀ ਕਿ ਆਪ ਜੀ ਬੜੀ ਕਿਰਪਾ ਕੀਤੀ ਹੈ, ਮੈਨੂੰ ਬਖਸ਼ਿਆ। ਫਿਰ ਸੱਚ ਪਾਤਸ਼ਾਹ ਜੀ ਦੀ ਰਜਾ ਬਣੀ, ਹੁਕਮ ਕਰਦੇ ਨੇ ਬੁੱਢਾ ਸਿਆਂ ਤੈਨੂੰ ਤਾਂ ਕਹਿੰਦਾ ਬਖਸ਼ਿਆ, ਮੇਰੇ ਵਾਸਤੇ ਵੀ ਕੁਝ ਦੱਸ। ਸਤਿਗੁਰੂ ਪ੍ਰਤਾਪ ਸਿੰਘ ਦੇ ਉਪਦੇਸ਼ ਵਿੱਚ ਆਉਂਦਾ ਹੈ ਕਿ ਬੁੱਢਾ ਸਿੰਘ ਨੇ ਆਖਿਆ ਹੁਣ ਤੈਨੂੰ ਮਿਸ਼ਰੀਆਂ ਦੇ ਸ਼ਰਬਤ ਨਹੀਂ ਪੀਣੇ ਮਿਲਦੇ, ਤੈਨੂੰ ਦੇ ਕੇ ਡੰਡਾ ਅਤੇ ਸਮੁੰਦਰੋਂ ਪਾਰ ਕਰ ਦੇਣਾ ਹੈ। ਸੱਚ ਪਾਤਸ਼ਾਹ ਜੀ ਦੇ ਉਪਦੇਸ਼ ਵਿੱਚ ਆਉਂਦਾ ਹੈ ਵੀ ਜਿਹਦੇ ਨਾਲ ਆਪਣਾ ਪਿਆਰ ਹੋਵੇ ਨਾ, ਆਪਾਂ ਉਹਨੂੰ ਵੀ ਇਸ ਤਰ੍ਹਾਂ ਨਹੀਂ ਬੋਲ ਸਕਦੇ। ਅਤੇ ਉਹ ਸਤਿਗੁਰ ਵਾਸਤੇ ਇਹ ਕਿਸ ਤਰ੍ਹਾਂ ਬੋਲ ਸਕਦੇ ਸਨ ਉਹ ਸਿੱਖ। ਪਰ ਉਹਨਾਂ ਦੇ ਅੰਦਰੋਂ ਸਤਿਗੁਰੂ ਰਾਮ ਸਿੰਘ ਜੀ ਇਹ ਬਚਨ ਕਢਵਾਇਆ। ਸਤਿਗੁਰੂ ਰਾਮ ਸਿੰਘ ਜੀ ਪ੍ਰਦੇਸ਼ ਚਲੇ ਗਏ। ਬਾਬਾ ਬੁੱਢਾ ਸਿੰਘ ਜੀ ਜਿਹੜੇ ਸਨ ਉਹ ਮਗਰੋਂ ਇਸੇ ਤਰ੍ਹਾਂ ਹੀ ਭੈਣੀ ਸਾਹਿਬ ਆਪਣੇ ਪਿੰਡ ਵਿੱਚ ਵਿਚਰ ਰਹੇ ਨੇ, ਖੇਤੀਬਾੜੀ ਕਰ ਰਹੇ ਨੇ। ਭਜਨ ਬਾਣੀ ਕਰ ਕਰਕੇ ਮਨ ਇੰਨਾ ਨਿਰਮਲ ਹੋ ਗਿਆ ਉਹਨਾਂ ਦਾ ਕਿ ਇੱਕ ਦਿਨ ਉਹਨਾਂ ਦੀ ਪੈਲੀ ਜਿਹੜੀ ਸੀ ਉਹਦੇ ਵਿੱਚ ਜ਼ਿਮੀਂਦਾਰ ਆਏ, ਉਹਨਾਂ ਨੇ ਆਣ ਕੇ ਭਰੀਆਂ ਵੱਢ ਲਈਆਂ, ਭਾਵ ਉਹਨਾਂ ਦੇ ਪੱਠੇ ਵੱਢ ਲਏ। ਪੱਠੇ ਵੱਢ ਕੇ ਉਹ ਭਰੀਆਂ ਨੂੰ ਭਰ ਲਈਆਂ ਅਤੇ ਇੱਧਰ ਇਹਨਾਂ ਨੂੰ ਲੱਗਾ, ਇਹਨਾਂ ਨੂੰ ਦੱਸਿਆ ਕਿਸੇ ਨੇ ਕਿ ਤੇਰੀ ਪੈਲੀ ਵਿੱਚੋਂ ਕਿਸੇ ਨੇ ਪੱਠੇ ਕੁਤਰ ਲਏ ਨੇ, ਵੱਢ ਲਏ ਨੇ, ਚੋਰੀ ਕਰਕੇ ਲਚੱਲੇ ਨੇ। ਬਾਬਾ ਬੁੱਢਾ ਸਿੰਘ ਜੀ ਨੇ ਜਾ ਕੇ ਪੁੱਛਿਆ, ਉਹਨਾਂ ਨੂੰ ਗਏ ਜਾ ਕੇ ਪੁੱਛਿਆ ਕਿ ਤੁਸੀਂ ਕਿਉਂ ਵੱਢਣ ਦੇ ਹੋ ਮੇਰੀ ਪੈਲੀ 'ਚੋਂ ਪੱਠੇ।
ਹਲੇ ਇਹ ਗੱਲ ਹੀ ਕੀਤੀ ਤੇ ਉਹਨਾਂ ਨੇ ਅੱਗੋਂ ਫੜ ਕੇ ਬਹੁਤ ਕੁੱਟਿਆ, ਇੰਨਾ ਕੁੱਟਿਆ ਕਿ ਬਹੁਤ ਸੱਟਾਂ ਲੱਗੀਆਂ। ਚੁੱਪ ਕਰਕੇ ਘਰੇ ਆ ਗਏ, ਕਿਸੇ ਨੂੰ ਕੁਝ ਨਹੀਂ ਦੱਸਿਆ। ਘਰੇ ਆ ਗਏ, ਮੂੰਹ ਸਿਰ ਲਪੇਟ ਕੇ ਲੰਮੇ ਪੈ ਗਏ। ਪਿੰਡ ਦੇ ਤਹਿਸੀਲਦਾਰ ਨੇ ਸੋਚਿਆ ਕਿ ਬੰਦਾ ਚੰਗਾ ਸੀ, ਭਜਨ ਬਾਣੀ ਕਰਨ ਵਾਲਾ ਸੀ, ਚੰਗਾ ਨਹੀਂ ਕੀਤਾ ਲੋਕਾਂ ਨੇ। ਉਹਨੇ ਜਾ ਕੇ ਥਾਣੇ ਰਿਪੋਰਟ ਲਿਖਾ ਦਿੱਤੀ ਕਿ ਆਹ ਇੱਕ ਸਾਡੇ ਪਿੰਡ ਵਿੱਚ ਦਰਵੇਸ਼ ਆਦਮੀ ਹੈ, ਭਜਨ ਬਾਣੀ ਕਰਨ ਵਾਲਾ ਬੰਦਾ ਸੀ, ਉਹਨੂੰ ਲੋਕਾਂ ਨੇ ਕੁੱਟਿਆ ਹੈ ਫੜ ਕੇ। ਥਾਣੇਦਾਰ ਆਇਆ, ਉਹਨੇ ਆਣ ਕੇ ਪੁੱਛਿਆ ਬਾਬੇ ਬੁੱਢਾ ਸਿੰਘ ਜੀ ਨੂੰ ਕਿ ਤੁਹਾਨੂੰ ਪਤਾ ਲੱਗਾ ਹੈ ਕਿ ਲੋਕਾਂ ਨੇ ਮਾਰਿਆ ਹੈ, ਕਿਹੜੀ ਗੱਲੋਂ ਮਾਰਿਆ ਹੈ, ਕੀ ਗੱਲ ਹੋਈ ਹੈ? ਸੱਟਾਂ ਲੱਗੀਆਂ ਨੇ, ਮੂੰਹ ਸਿਰ ਲਪੇਟਿਆ ਹੋਇਆ ਆ, ਦਿਸਦੀਆਂ ਪਈਆਂ ਨੇ ਸੱਟਾਂ ਲੱਗੀਆਂ। ਤੇ ਅੱਗੋਂ ਉੱਤਰ ਪਤਾ ਕੀ ਦਿੱਤਾ? ਕਹਿੰਦੇ ਪਹਿਲਾਂ ਉਹਨਾਂ ਨੂੰ ਕਹਿ ਕੇ ਭਰੀਆਂ ਚਕਵਾ ਵੜਾ ਦਿੱਤੀਆਂ ਤੇ ਫਿਰ ਮੇਰੇ ਮਨ 'ਚ ਲਿਆਂਦਾ ਜਾ ਕੇ ਉਹਨਾਂ ਨੂੰ ਪੁੱਛ। ਤੇ ਜਦੋਂ ਮੈਂ ਉਹਨਾਂ ਨੂੰ ਪੁੱਛਣ ਗਿਆ ਤੇ ਫਿਰ ਮੇਰੇ ਤੇ ਮਾਰ ਪਵਾਤੀ ਉਹਨਾਂ ਕੋਲੋਂ। ਉਹ ਕਹਿੰਦਾ ਬਾਬਾ ਕਿਹਦੀਆਂ ਗੱਲਾਂ ਕਰਦਾ, ਕਿਹਨੂੰ ਤੈਨੂੰ ਆਖਿਆ ਆ? ਉਹ ਕਹਿੰਦਾ ਉਹੀ ਹੈ ਜਿਹੜਾ ਸਾਰੇ ਸੰਸਾਰ ਨੂੰ ਰੋਟੀ ਦਿੰਦਾ ਆ, ਹੋਰ ਮੈਨੂੰ ਕਿਹਨੇ ਆਖਿਆ ਆ? ਭਾਵ ਕਿਸੇ ਤੇ ਕੋਈ ਵੀ ਦੋਸ਼ ਨਹੀਂ ਦਿੱਤਾ, ਕਿਸੇ ਨੂੰ ਵੀ ਕੁਝ ਨਹੀਂ ਮਾੜਾ ਆਖਿਆ। ਕੁੱਟ ਖਾ ਕੇ, ਮਾਰ ਖਾ ਕੇ, ਆਪਣੀਆਂ ਪੱਠੇ ਚੋਰੀ ਕਰਾ ਕੇ ਇਹੀ ਆਖਿਆ ਵੀ ਤੇਰਾ ਕੀ ਆ, ਮਿੱਠਾ ਲੱਗਾ। ਕਿ ਇਹ ਜਿਹੜਾ ਕਰਤਾਰ ਆ, ਪ੍ਰਮਾਤਮਾ ਰੱਬ ਆ, ਉਹ ਹੀ ਸਾਰਾ ਕੁਝ ਕਰਦਾ ਹੈ। ਕਿਸੇ ਤੋਂ ਕਹਿ ਕੇ ਚੰਗੇ ਕੰਮ ਕਰਵਾ ਲੈਂਦਾ, ਕਿਸੇ ਤੋਂ ਕਹਿ ਕੇ ਉਹ ਮਾੜੇ ਕਰਵਾ ਲੈਂਦਾ। ਇਸ ਕਰਕੇ ਉਸ ਤੋਂ ਬਿਨਾਂ ਕਰਨ ਵਾਲਾ ਕੋਈ ਵੀ ਨਹੀਂ। ਉਹਨਾਂ ਤੋਂ ਕਹਿ ਕੇ ਚੋਰੀ ਕਰਵਾ ਲਈ, ਮੈਨੂੰ ਜਾ ਕੇ ਪ੍ਰੇਰਿਆ ਵੀ ਜਾ ਕੇ ਪੁੱਛ, ਫਿਰ ਉਹਨੇ ਹੀ ਉਹਨਾਂ ਨੂੰ ਕਹਿ ਕੇ ਮੈਨੂੰ ਮਾਰ ਪਵਾਤੀ। ਇਸ ਕਰਕੇ ਮੈਂ ਤਾਂ ਕਿਸੇ ਦੇ ਖਿਲਾਫ ਕੋਈ ਕੰਪਲੇਂਟ ਨਹੀਂ ਲਿਖਵਾਉਣੀ। ਭਜਨ ਬਾਣੀ ਕਰਕੇ, ਪਾਠ ਨਾਮ ਜਪ ਕੇ ਮਨ ਜਿਹੜਾ ਸੀ ਉਹ ਇਸ ਤਰ੍ਹਾਂ ਦਾ ਹੋ ਗਿਆ ਉਹਨਾਂ ਦਾ। ਸਤਿਗੁਰੂ ਰਾਮ ਸਿੰਘ ਜੀ ਦੇ ਜਿਹੜੀ ਬਖਸ਼ਿਸ਼ ਸੀਗੀ, ਕਿਸੇ ਵਿੱਚ ਵੀ ਦਵੈਸ਼ ਭਾਵਨਾ ਖਤਮ ਹੋ ਗਈ। ਸਾਰਿਆਂ ਨੂੰ ਇੱਕ ਸਰੂਪ ਜਾਣਿਆ, ਸਾਰਿਆਂ ਦੇ ਵਿੱਚ ਉਸ ਪ੍ਰਮਾਤਮਾ ਨੂੰ ਜਾਣਿਆ, ਅਕਾਲ ਪੁਰਖ ਨੂੰ ਜਾਣਿਆ। ਉਹਨਾਂ ਦੇ ਘਰ ਪੁੱਤਰ ਨਹੀਂ ਸੀ ਹੈਗਾ। ਸਤਿਗੁਰੂ ਰਾਮ ਸਿੰਘ ਜੀ ਪ੍ਰਦੇਸ਼ ਚਲੇ ਗਏ ਨੇ। ਸਤਿਗੁਰੂ ਹਰੀ ਸਿੰਘ ਜੀ ਦਾ ਸਮਾਂ ਆ ਗਿਆ। ਸਤਿਗੁਰੂ ਹਰੀ ਸਿੰਘ ਜੀ ਨੂੰ ਆਣ ਕੇ ਉਹਨਾਂ ਨੇ ਅਰਜ਼ ਕੀਤੀ ਕਿਰਪਾ ਹੋਵੇ। ਸੱਚ ਪਾਤਸ਼ਾਹ ਜੀ ਬਖਸ਼ਿਸ਼ ਕੀਤੀ, ਉਹਨਾਂ ਦੇ ਘਰ ਪੁੱਤਰ ਹੋਇਆ। ਹਰਨਾਮ ਸਿੰਘ ਪੁੱਤਰ ਸੀ। ਉਹਨਾਂ ਦੇ ਘਰ 4 ਪੁੱਤਰ ਹੋਏ ਸਨ ਬਾਅਦ ਵਿੱਚ ਸਤਿਗੁਰੂ ਹਰੀ ਸਿੰਘ ਜੀ ਦੇ ਵਰਦਾਨ ਦੇ ਨਾਲ। ਹਰਨਾਮ ਸਿੰਘ, ਸਾਧੂ ਸਿੰਘ। ਸਾਧੂ ਸਿੰਘ ਜਿਹੜਾ ਪਹਿਲਾਂ ਬੱਚਾ ਹੋਇਆ ਸੀ ਉਹ ਸੰਤਾਂ ਦਾ ਥੋੜ੍ਹਾ ਜਿਹਾ ਆਖੇ ਘੱਟ ਲੱਗਦਾ ਸੀਗਾ। ਹਰਨਾਮ ਸਿੰਘ ਦੁਬਾਰਾ ਹੋਇਆ। ਜਿਹੜਾ ਹਰਨਾਮ ਸਿੰਘ ਸੀਗਾ, ਜਦੋਂ ਹਰਨਾਮ ਸਿੰਘ ਹੋਇਆ, ਜਿਹੜੀ ਮਾਤਾ ਇੰਦੀ ਸੀ ਇਹਨਾਂ ਦੇ ਘਰੋਂ ਬੀਬੀ ਸੀ, ਉਹਨੇ ਸੋਚਿਆ ਕਿ ਇਹ ਚੜ੍ਹਾਈ ਨਾ ਕਰ ਜਾਵੇ। ਉਹਨੇ ਜਾ ਕੇ ਕਿਸੇ ਕੋਲੋਂ ਤਵੀਤ ਲੈ ਕੇ ਤਵੀਤ ਪਾ ਦਿੱਤਾ, ਗਲ ਵਿੱਚ ਤਵੀਤ ਪਾ ਦਿੱਤਾ। ਅਤੇ ਸੰਤਾਂ ਨੂੰ ਪਤਾ ਲੱਗਾ ਅਤੇ ਸੰਤਾਂ ਨੇ ਆਖਿਆ ਇਹ ਕੀ ਪਾਇਆ? ਕਹਿੰਦੀ ਆਪਣੇ ਬੱਚੇ ਦੀ ਰੱਖਿਆ ਹੋਏਗੀ, ਇਹ ਨਹੀਂ ਮਰਦਾ। ਸੰਤਾਂ ਨੇ ਉਸੇ ਵੇਲੇ ਗਲ 'ਚੋਂ ਲਾਹ ਕੇ ਸੁੱਟ ਦਿੱਤਾ ਅਤੇ ਬਚਨ ਕੀਤਾ ਇਹ ਸਤਿਗੁਰੂ ਹਰੀ ਸਿੰਘ ਜੀ ਨੇ ਦਿੱਤਾ ਹੋਇਆ ਹੈ, ਇਹਨੂੰ ਨਹੀਂ ਕੋਈ ਖੋ ਸਕਦਾ। ਇਸ ਕਰਕੇ ਤਵੀਤਾਂ ਦੀ ਲੋੜ ਨਹੀਂ ਮੇਰੇ ਪੁੱਤਰਾਂ ਨੂੰ, ਇਹ ਤਾਂ ਸਤਿਗੁਰੂ ਹਰੀ ਸਿੰਘ ਜੀ ਦੇ ਨਾਲ ਜੀਣਗੇ, ਉਹਨਾਂ ਦੇ ਹੁਕਮਾਂ ਦੇ ਨਾਲ ਹੀ ਇਹ ਮਰਨਗੇ। ਇਸ ਤਰ੍ਹਾਂ ਦਾ ਦ੍ਰਿੜ ਵਿਸ਼ਵਾਸ ਸੀ ਉਹਨਾਂ ਦਾ ਆਪਣੇ ਸਤਿਗੁਰੂ ਪ੍ਰਤੀ। ਸਤਿਗੁਰੂ ਜਗਜੀਤ ਸਿੰਘ ਜੀ ਦੇ ਇੱਕ ਉਪਦੇਸ਼ ਵਿੱਚ ਆਉਂਦਾ ਹੈ, ਸੱਚ ਪਾਤਸ਼ਾਹ ਜੀ ਹੁਕਮ ਕਰਦੇ ਨੇ ਕਿ ਇੱਕ ਬੰਦਾ ਤਵੀਤ ਲਿਖ ਕੇ ਦਿੰਦਾ ਹੈ। ਉਹ ਤਵੀਤ ਲਿਖ ਕੇ ਦਿੰਦਾ ਹੈ ਅਤੇ ਜੇ ਦਿਨ ਵਿੱਚ ਉਹਨੇ ਕੋਈ 50 ਤਵੀਤ ਵੀ ਲਿਖ ਕੇ ਦੇ ਦਿੱਤੇ ਅਤੇ 5-5, 10-10 ਰੁਪਏ ਦਾ ਵੀ ਹੋਇਆ ਅਤੇ ਉਹਦੀ ਤਾਂ ਵਧੀਆ ਦਿਹਾੜੀ ਬਣ ਗਈ ਸ਼ਾਮ ਤੱਕ। ਇਸੇ ਤਰ੍ਹਾਂ ਹੀ ਸੱਚ ਪਾਤਸ਼ਾਹ ਜੀ ਦੀ ਗੱਡੀ ਦੇ ਵਿੱਚ ਇੱਕ ਸਿੱਖ ਬੈਠਾ। ਸੱਚ ਪਾਤਸ਼ਾਹ ਜੀ ਹੁਕਮ ਕੀਤਾ ਤਵੀਤ ਕਿਉਂ ਪਾਇਆ? ਉਹਨੇ ਦੱਸਿਆ ਜੀ ਮੈਂ ਇਸ ਗੱਲੋਂ ਪਾਇਆ ਹੈ ਨਿਕਟ ਵਰਤੀ ਸੀ। ਸੱਚ ਪਾਤਸ਼ਾਹ ਜੀ ਹੁਕਮ ਕੀਤਾ ਕਿ ਤਵੀਤ ਲਾ। ਪੰਡਤ ਜੀ ਕੋਲ ਸਨ, ਪੰਡਤ ਗੋਪਾਲ ਸਿੰਘ ਜੀ। ਹੁਕਮ ਹੋਇਆ ਪੰਡਤ ਜੀ ਨੂੰ ਵੀ ਖੋਲ੍ਹ ਕੇ ਵੇਖੋ ਕੀ ਲਿਖਿਆ, ਅੱਜ ਕਿਹੜਾ ਮੰਤਰ ਲਿਖਿਆ। ਜਦੋਂ ਉਹਨੂੰ ਉਹਦੇ ਸਾਹਮਣੇ ਖੋਲ੍ਹਿਆ ਉਹਦੇ ਵਿੱਚ ਲਿਖਿਆ ਸੀ ਪੁੱਤਰ ਬਘੇਲ ਸਿੰਘਾ ਕੱਖ ਗਲੀਆਂ ਦੇ ਤੇਰੇ ਵੈਰੀ। ਇੱਦਾਂ ਕਰਕੇ ਉਹਦੇ ਵਿੱਚ ਲਿਖਿਆ ਤੇਰੇ ਕੱਖ ਗਲੀਆਂ ਦੇ ਵੈਰੀ। ਜਦੋਂ ਇਹ ਲਿਖਿਆ ਅਤੇ ਸੱਚ ਪਾਤਸ਼ਾਹ ਜੀ ਬੜਾ ਹੱਸੇ। ਸੱਚ ਭਾਵ ਕੀਤਾ ਨੂੰ ਜਿਹਨੇ ਤਵੀਤ ਬੰਨਿਆ ਸੀ, ਤੂੰ ਇਹ ਗੱਲ ਦੱਸ ਵੀ ਆਹ ਕਿਹੜਾ ਮੰਤਰ ਆ। ਉਹ ਬੜਾ ਸ਼ਰਮਿੰਦਾ ਹੋਇਆ, ਚੁੱਪ ਕਰ ਗਿਆ। ਸੱਚ ਪਾਤਸ਼ਾਹ ਜੀ ਫਿਰ ਹੁਕਮ ਕੀਤਾ, ਸਾਨੂੰ ਪਤਾ ਸੀ ਕਿਹਨੇ ਤਵੀਤ ਲਿਖ ਕੇ ਦਿੱਤਾ, ਪਰ ਇਹ ਰਜਾ ਸੀ ਉਹਨਾਂ ਦੀ ਕਿ ਸੱਚ ਪਾਤਸ਼ਾਹ ਹੀ ਹੁਕਮ ਕਰਦੇ ਨੇ ਵੀ ਹੋਰ ਮੰਤਰ ਕਿੰਨੇ ਕੁ ਕੋਈ ਲਿਖ ਸਕਦਾ ਆ। ਇੱਦਾਂ ਦੀਆਂ ਗੱਲਾਂ ਲਿਖ ਲੋਕਾਂ ਨੂੰ ਭਰਮਾਇਆ ਹੋਇਆ, ਸਿਰਫ ਆਪਣੇ ਮਗਰ ਲਾਇਆ ਹੋਇਆ ਹੈ। ਇਹਨਾਂ ਤਵੀਤਾਂ ਵਿੱਚ ਕੁਝ ਨਹੀਂ। ਜਿਹੜੀ
ਰਜਾ ਅਕਾਲ ਪੁਰਖ ਦੀ ਹੈ, ਪ੍ਰਮਾਤਮਾ ਦੀ ਹੈ, ਸਤਿਗੁਰ ਦੀ ਹੈ। ਜੋ ਉਹਨੇ ਕਰਨਾ ਉਹਨੇ ਕਰ ਲੈਣਾ, ਉਹ ਕਿਸੇ ਤਵੀਤ ਨਾਲ ਨਹੀਂ ਠੀਕ ਹੋਣਾ, ਜਾਂ ਕਿਸੇ ਤਵੀਤ ਨਾਲ ਨਹੀਂ ਉਹਨੂੰ ਰੋਕ ਸਕਦੇ ਆਪਾਂ। ਜੋ ਹੋਣਾ ਉਹ ਹੋ ਕੇ ਰਹੇਗਾ, ਭਾਣੇ ਵਿੱਚ ਹੀ ਰਹਿਣ ਦਾ ਹੁਕਮ ਹੈ। ਉਹ ਤਵੀਤ ਲਵਾ ਦਿੱਤਾ ਉਹਨਾਂ ਨੇ। ਸਤਿਗੁਰੂ ਹਰੀ ਸਿੰਘ ਜੀ ਦੇ ਚਰਨਾਂ ਵਿੱਚ ਉਹਨਾਂ ਨੇ ਅਰਜ਼ ਕੀਤੀ, ਕਿਰਪਾ ਕਰੋ ਮੇਰੇ ਘਰੇ ਇੱਕ ਮੇਲਾ ਕਰੋ। ਮੇਲਾ ਕਾਹਦਾ ਕੀਤਾ ਉਹਨਾਂ ਨੇ? 1.25 ਲੱਖ ਜਪਜੀ ਸਾਹਿਬ ਦੀਆਂ ਵਰਨੀਆਂ ਦਾ ਪਾਠ ਮੇਲਾ ਕਰ ਦਿੱਤਾ ਸ਼ੁਰੂ। ਬਹੁਤ ਸੰਗਤ ਆਈ। ਘਰ ਵਿੱਚ ਜਿੰਨਾ ਵੀ ਧਨ ਪਦਾਰਥ ਲਿਆ ਕੇ ਇਕੱਠਾ ਕੀਤਾ ਸੀ ਮੇਲੇ ਵਾਸਤੇ, ਮਨ 'ਚ ਸੋਚਿਆ ਕਿ ਇਹ ਸਾਰਾ ਲਾ ਦੇਣਾ, ਇਹ ਬਚਾ ਕੇ ਨਹੀਂ ਰੱਖਣਾ। 3 ਮਹੀਨੇ ਸਾਧ ਸੰਗਤ ਜੀ ਉਹ ਜਿਹੜਾ ਮੇਲਾ ਸੀ ਉਹ ਚੱਲਦਾ ਰਿਹਾ। ਉਸ ਮੇਲੇ ਵਿੱਚ ਸਤਿਗੁਰੂ ਹਰੀ ਸਿੰਘ ਜੀ ਆਣ ਕੇ ਦਰਸ਼ਨ ਦਿੱਤੇ। ਜਦੋਂ ਸਤਿਗੁਰੂ ਹਰੀ ਸਿੰਘ ਜੀ ਦਰਸ਼ਨ ਦਿੱਤੇ, ਦਰਸ਼ਨ ਕਰਕੇ ਉਸ ਮੇਲੇ ਦੇ ਵਿੱਚ ਇੰਨਾ ਮਨ ਭਾਵਕ ਹੋ ਗਿਆ। ਇਸ ਤਰ੍ਹਾਂ ਦੇ ਮਸਤਾਨੀ ਬਿਰਤੀ ਦੇ ਵਿੱਚ ਆਏ। ਜਿਹੜਾ ਹਰਨਾਮ ਸਿੰਘ ਸੀ ਲੜਕਾ ਹੋਇਆ, ਉਹ ਹਲੇ 1.5 ਕੁ ਸਾਲ ਦਾ ਸੀ। ਉਹਨਾਂ ਨੇ ਆਪਣੀ ਸਿੰਘਣੀ ਦੇ ਗੋਦੀ 'ਚੋਂ ਹਰਨਾਮ ਸਿੰਘ ਨੂੰ ਫੜਿਆ। ਫੜ ਕੇ ਤੇ ਜਿੱਥੇ ਕੜਾਹ ਪ੍ਰਸ਼ਾਦ ਤਿਆਰ ਹੁੰਦਾ ਸੀ, ਥੱਲੇ ਅਗਨੀ ਬਾਲੀ ਹੋਈ ਸੀ, ਲੱਕੜਾਂ ਝੋਰ ਲਾਈ ਦੀਆਂ ਨੇ, ਉਹਨਾਂ ਨੇ ਜਾ ਕੇ ਉਸ ਅਗਨੀ ਦੇ ਵਿੱਚ ਆਪਣੇ ਪੁੱਤਰ ਨੂੰ ਧੱਕ ਦਿੱਤਾ। ਮਾਤਾ ਜਿਹੜੀ ਸੀ ਉਹਨੂੰ ਪੁੱਤਰ ਦਾ ਮੋਹ ਜਾਗਿਆ। ਉਹ ਦਵਾ ਦਵ ਜਾ ਕੇ ਉਹਨੇ ਪੁੱਤਰ ਨੂੰ ਉਸ ਅਗਨੀ ਦੇ ਵਿੱਚੋਂ, ਉਹ ਲੱਕੜਾਂ ਦੇ ਨਾਲ ਜਿੱਥੇ ਅਗਨੀ ਲਾਈ ਸੀ ਉੱਥੋਂ ਕੱਢਿਆ। ਪਰ ਸੱਚ ਪਾਤਸ਼ਾਹ ਜੀ ਕਿਰਪਾ ਐਸੀ ਕੀਤੀ, ਐਸੀ ਬਖਸ਼ਿਸ਼ ਕੀਤੀ ਕਿ ਇੱਕ ਰੋਮ ਵੀ ਉਸ ਬੱਚੇ ਦਾ ਨਹੀਂ ਸੜਿਆ, ਸੇਕ ਵੀ ਉਸ ਬੱਚੇ ਨੂੰ ਨਹੀਂ ਲੱਗਿਆ। ਇੱਥੋਂ ਜਦੋਂ ਹਟਾਇਆ ਬੱਚੇ ਨੂੰ, ਮਾਤਾ ਨੇ ਫੜ ਲਿਆ। ਇੱਥੋਂ ਹਟੇ, ਉੱਠ ਕੇ ਜਾ ਕੇ ਕੜਾਹ ਪ੍ਰਸ਼ਾਦ ਬਣਦਾ ਸੀ, ਭੋਗ ਪੈਣਾ ਸੀ, ਕੜਾਹ ਪ੍ਰਸ਼ਾਦ ਤਿਆਰ ਹੋ ਰਿਹਾ ਸੀ। ਆਪਣੀ ਬਾਂਹ ਜਾ ਕੇ ਉਸ ਭੁੱਜਦੇ ਹੋਏ ਕੜਾਹ ਪ੍ਰਸ਼ਾਦ ਵਿੱਚ ਫੇਰਨੀ ਸ਼ੁਰੂ ਕਰ ਦਿੱਤੀ। ਸਾਧ ਸੰਗਤ ਜੀ, ਤੁਸੀਂ ਸਮਝ ਸਕਦੇ ਹੋ ਕਿ ਕੜਾਹ ਪ੍ਰਸ਼ਾਦ ਕਿੰਨਾ ਤੱਤਾ ਹੁੰਦਾ ਹੈ, ਉਹ ਕਿੰਨਾ ਗਰਮ ਹੁੰਦਾ ਹੈ। ਆਟਾ ਜਿਹੜਾ ਕਿੰਨਾ ਗਰਮ ਹੋ ਜਾਂਦਾ, ਉਹ ਭੁੱਜਦੇ ਦੇ ਵਿੱਚ ਆਪਣੀ ਬਾਂਹ ਫੇਰ ਦਿੱਤੀ ਤੇ ਨਾਲ ਹੀ ਆਵਾਜ਼ਾਂ ਕੀਤਾ ਕਿ ਕਹੋ ਇਹਨੂੰ ਮੈਨੂੰ ਸੇਕ ਲਾਵੇ। ਮੇਰੇ ਸਤਿਗੁਰ ਦਾ ਹੁਕਮ ਆ ਕਿ ਕਹੋ ਅਗਨੀ ਨੂੰ ਮੈਨੂੰ ਸੇਕ ਲਾ ਕੇ ਵਿਖਾਵੇ। ਇਸ ਤਰ੍ਹਾਂ ਦੀ ਮਸਤਾਨੀ ਬਿਰਤੀ ਜਦੋਂ ਉਹਨਾਂ ਨੇ ਕੜਾਹ ਪ੍ਰਸ਼ਾਦ ਵਿੱਚ ਬਾਂਹ ਫੇਰ ਦਿੱਤੀ, ਸਿੱਖਾਂ ਨੇ ਜਾ ਕੇ ਸਤਿਗੁਰੂ ਹਰੀ ਸਿੰਘ ਜੀ ਨੂੰ ਅਰਜ਼ ਕੀਤੀ, ਪਾਤਸ਼ਾਹ ਉਹ ਤੇ ਸਾਰਾ ਕੜਾਹ ਪ੍ਰਸ਼ਾਦ ਹੀ ਖੁੱਲ੍ਹਾ ਕਰਤਾ ਹੈ ਬਾਬਾ ਬੁੱਢਾ ਸਿੰਘ ਨੇ, ਇਸ ਤਰ੍ਹਾਂ ਦਾ ਕਾਰਜ ਕਰਕੇ ਬਾਂਹ ਫੇਰ ਕੇ। ਸਤਿਗੁਰੂ ਹਰੀ ਸਿੰਘ ਜੀ ਵਚਨ ਕੀਤਾ ਕਿ ਤੁਸੀਂ ਸਮਝੋ ਤੁਹਾਡਾ ਕੜਾਹ ਪ੍ਰਸ਼ਾਦ ਸੁੱਚਾ ਹੀ ਅੱਜ ਹੋਇਆ ਹੈ। ਇਸ ਤਰ੍ਹਾਂ ਦੇ ਮਸਤਾਨਿਆਂ ਦੇ ਨਾਲ ਹੱਥ ਲਾਇਆ ਕੜਾਹ ਪ੍ਰਸ਼ਾਦ ਖੁੱਲ੍ਹਾ ਨਹੀਂ ਹੁੰਦਾ। ਉਹ ਮੇਲਾ ਹੋਇਆ, ਉਸ ਮੇਲੇ ਦਾ ਭੋਗ ਪਿਆ। ਸੰਗਤਾਂ ਦੇ ਵਿੱਚ ਬੜੀ ਖੁਸ਼ੀ ਵਰਤੀ। ਸੱਚ ਪਾਤਸ਼ਾਹ ਜੀ ਬੜੀਆਂ ਖੁਸ਼ੀਆਂ ਦਿੱਤੀਆਂ ਇਹਨਾਂ ਨੂੰ। ਤੁਸੀਂ ਜ਼ਿਕਰ ਸਭ ਨੇ ਸੁਣਿਆ ਹੋਵੇਗਾ, ਸੰਤ ਸ਼ਾਮ ਸਿੰਘ ਜੀ ਸਰਹਾਲੀ ਦੇ ਸਨ, ਜਿਨ੍ਹਾਂ ਦੇ ਪੁੱਤਰ ਸੰਤ ਜਿਊਣ ਸਿੰਘ ਜੀ, ਉਹ ਸੰਤ ਜਗਤਾਰ ਸਿੰਘ ਜੀ ਅੱਜ ਭੈਣੀ ਸਾਹਿਬ ਹੁੰਦੇ ਨੇ। ਸਤਿਗੁਰੂ ਜਗਜੀਤ ਸਿੰਘ ਜੀ ਦੇ ਸਪੁੱਤਰੀ ਬੀਬੀ ਸਾਹਿਬ ਕੌਰ ਜੀ, ਉਹਨਾਂ ਵੱਲ ਬੀਬੀ ਸਾਹਿਬ ਕੌਰ ਜੀ ਦਾ ਆਨੰਦ ਹੋਇਆ ਹੈ ਸੰਤ ਜਗਤਾਰ ਸਿੰਘ ਜੀ ਨਾਲ। ਇਹ ਸੰਤ ਜਗਤਾਰ ਸਿੰਘ ਜੀ ਦੇ ਵੱਡੇ ਵਡੇਰੇ ਸਨ। ਸੰਤ ਸ਼ਾਮ ਸਿੰਘ ਜੀ, ਸੰਤ ਜਿਊਣ ਸਿੰਘ ਜੀ, ਮੀਆਂ ਸਿੰਘ ਜੀ ਜਿਹੜੇ ਸਤਿਗੁਰੂ ਰਾਮ ਸਿੰਘ ਦੇ ਦਰਸ਼ਨ ਕਰਨ ਗਏ, ਇਹ ਇਹਨਾਂ ਦੇ ਵੱਡੇ ਵਡੇਰੇ ਸਨ। ਸੰਤ ਸ਼ਾਮ ਸਿੰਘ ਜੀ ਦਾ ਇੱਕ ਪੁੱਤਰ ਸੀ ਕਿਸ਼ਨ ਸਿੰਘ, ਕਿਉਂਕਿ ਇੱਕ ਪੁੱਤਰ 4-5 ਸਨ ਉਹਨਾਂ ਦੇ। ਕਿਸ਼ਨ ਸਿੰਘ ਪੁੱਤਰ ਦਾ ਅੱਗੋਂ ਪੁੱਤਰ ਸੀ ਆਤਮਾ ਸਿੰਘ। ਆਤਮਾ ਸਿੰਘ ਹਲੇ ਉਸ ਸਮੇਂ ਜਵਾਨ ਉਮਰ 'ਚ ਸੀਗਾ, ਪੋਤਰਾ ਸੀ ਸੰਤ ਸ਼ਾਮ ਸਿੰਘ ਦਾ ਕੋਈ। ਅਤੇ ਸੰਤ ਸ਼ਾਮ ਸਿੰਘ ਜੀ ਨੇ ਆਖਿਆ ਉਸ ਆਤਮਾ ਸਿੰਘ ਨੂੰ ਵੀ ਜਾ ਕੇ ਜਿਹੜੀ ਮੱਝ ਆ ਉਹ ਨਹੀਂ ਮਿਲਦੀ ਪਈ, ਉਹਦੇ ਵਾਸਤੇ ਪੱਠੇ ਲੈ ਕੇ ਆ, ਪਾਵਨਦੀਨ ਲੈ ਕੇ ਆ, ਜਦੋਂ ਤਾਜ਼ੇ ਪੱਠੇ ਲੈ ਕੇ ਆ। ਉਹਨੇ ਕੀ ਸੋਚਿਆ, ਅੱਜ ਘਰੋਂ ਬਾਹਰ ਗਿਆ, ਬਾਹਰ ਜਾ ਕੇ ਉਹਨੇ ਕਿਸੇ ਦੀ ਪੈਲੀ ਵਿੱਚੋਂ ਉਹ ਥੋੜ੍ਹੇ ਜਿਹੇ ਪੱਠੇ ਵੱਢ ਕੇ ਲੈ ਆਂਦੇ, ਲਿਆ ਕੇ ਉਸ ਮੱਝ ਨੂੰ ਖਵਾ ਦਿੱਤੇ। ਜਦੋਂ ਮੱਝ ਨੂੰ ਖਵਾਏ ਤੇ ਉਹ ਮੱਝ ਨੇ, ਇਹਨਾਂ ਨੇ ਧਾਰ ਚੋਲੀ, ਦੁੱਧ ਛਕਿਆ ਆਤਮਾ ਸਿੰਘ ਨੇ ਉਸ ਮੱਝ ਦਾ। ਜਦੋਂ ਦੁੱਧ ਛਕਿਆ ਆਤਮਾ ਸਿੰਘ ਨੇ, ਰਾਤ ਸੁੱਤਾ ਹੈ, ਸੁੱਤੇ ਪਏ ਨੂੰ ਐਸਾ ਦ੍ਰਿਸ਼ਟਾਂਤ ਹੋਇਆ ਸੁਪਨੇ ਵਿੱਚ ਕਿ ਬਹੁਤ ਭਿਆਨਕ ਡਰ ਜਾ ਆਇਆ ਉਹਨੂੰ, ਬਹੁਤ ਜ਼ਿਆਦਾ ਇਸ ਤਰ੍ਹਾਂ ਡਰਾਉਣਾ ਸੁਪਨਾ ਆਇਆ। ਅਤੇ ਉਹਦੀ ਜਾਗ ਖੁੱਲ੍ਹ ਗਈ ਅਤੇ ਚੋਰ 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 ਆਖੇ, ਮੈਂ ਨਹੀਂ ਚੋਰ, ਮੈਂ ਨਹੀਂ ਚੋਰ, ਇੱਦਾਂ ਹੀ ਬੜਾਈ ਜਾਵੇ। ਫੇਰ ਸੌਂ ਗਿਆ ਅਤੇ ਫਿਰ ਉਹਨੂੰ ਦਰਸ਼ਨ ਹੋਇਆ।
ਦ੍ਰਿਸ਼ਟਾਂਤ ਹੋਇਆ ਸੁਪਨੇ ਦੇ ਵਿੱਚ, ਫਿਰ ਦੁਬਾਰਾ ਦ੍ਰਿਸ਼ਟਾਂਤ ਹੋਇਆ ਤੇ ਆਵਾਜ਼ਾ ਹੋਇਆ ਕਿ ਭਾਈ ਸਿੱਖਾ ਚੋਰੀ ਦੇ ਪੱਠੇ ਨਹੀਂ ਪਾਉਣੇ ਮੱਝਾਂ ਨੂੰ ਗਾਵਾਂ ਨੂੰ। ਚੋਰੀ ਕਿਉਂ ਕੀਤੀ ਤੈਂ? ਇੰਨਾ ਦ੍ਰਿਸ਼ਟਾਂਤ ਹੋਇਆ। ਤੇ ਜਦੋਂ ਫਿਰ ਬੜਾ ਕੇ ਉੱਠਿਆ, ਡਰ ਗਿਆ ਨੀਂਦ ਨਾ ਆਵੇ, ਘਰ ਦੇ ਵੀ ਸਾਰੇ ਉੱਠ ਪਏ। ਤੇ ਕੀ ਹੋਇਆ ਆਤਮਾ ਸਿੰਘ ਨੂੰ? ਉਹ ਦੱਸਿਆ ਕਿ ਮੈਨੂੰ ਪਹਿਲਾਂ ਵੀ ਜਾਗ ਆਈ ਸੀ ਤੇ ਹੁਣ ਦੂਜੀ ਵਾਰੀ ਫਿਰ ਜਾਗ ਆਈ ਤੇ ਸੁਪਨੇ ਵਿੱਚ ਦਰਸ਼ਨ ਹੁੰਦਾ ਹੈ। ਉਹ ਕਹਿੰਦੇ ਕਿਹਦਾ ਦਰਸ਼ਨ ਹੁੰਦਾ ਹੈ? ਉਹ ਕਹਿੰਦਾ ਕਾਲੀ ਕੰਬਲੀ ਲਈ ਹੋਈ ਏ ਤੇ ਪੈਰੀ ਪਊਏ ਪਾਏ ਹੋਏ ਨੇ। ਉਹ ਕਹਿੰਦੇ ਇਹ ਤੇ ਫਿਰ ਸਤਿਗੁਰੂ ਰਾਮ ਸਿੰਘ ਦਾ ਤੈਨੂੰ ਦਰਸ਼ਨ ਹੋਇਆ, ਕਿਉਂਕਿ ਬੱਚਾ ਸੀ, ਉਹਨੇ ਕਿਹੜਾ ਪਹਿਲਾਂ ਦਰਸ਼ਨ ਕੀਤੇ ਸੀ ਸਤਿਗੁਰੂ ਰਾਮ ਸਿੰਘ ਜੀ ਦੇ। ਅੱਜ ਕੱਲ੍ਹ ਵਾਲਾ ਤੇ ਸਮਾਂ ਨਹੀਂ ਸੀ ਕਿ ਤਸਵੀਰਾਂ ਬਣਾਈਆਂ ਜਾਂਦੀਆਂ। ਅੱਜ ਕੱਲ੍ਹ ਤੇ ਆਪਾਂ ਤਸਵੀਰਾਂ ਪ੍ਰਿੰਟ ਕਰਕੇ ਘਰਾਂ ਵਿੱਚ ਲਾ ਲੈਂਦੇ ਹਾਂ। ਉਹਨੇ ਦਰਸ਼ਨ ਨਹੀਂ ਸਨ ਕੀਤੇ। ਤੇ ਉਹ ਜਦੋਂ ਦੱਸਿਆ ਘਰ ਵਾਲਿਆਂ ਨੇ ਵੀ ਕੋਈ ਗੱਲ ਨਹੀਂ, ਫਿਰ ਉਹਨੇ ਸਾਰੀ ਵਾਰਤਾਲਾਪ ਦੱਸੀ ਕਿ ਮੈਂ ਇਸ ਤਰ੍ਹਾਂ ਪੱਠੇ ਚੋਰੀ ਕਰਕੇ ਲੈ ਕੇ ਆਇਆ ਸੀ, ਤਾਂ ਮੈਨੂੰ ਇਹ ਦ੍ਰਿਸ਼ਟਾਂਤ ਹੋਇਆ। ਜਦੋਂ ਘਰਦਿਆਂ ਨੇ ਸਮਝਾਇਆ ਕਿ ਤੈਨੂੰ ਤਾਂ ਸਤਿਗੁਰੂ ਰਾਮ ਸਿੰਘ ਦੇ ਦਰਸ਼ਨ ਹੋਏ, ਉਹ ਆਤਮਾ ਸਿੰਘ ਮਸਤ ਹੋ ਗਿਆ, ਮਸਤਾਨੀ ਬਿਰਤੀ ਵਿੱਚ ਆ ਗਿਆ। ਮਸਤ ਹੋ ਕੇ ਆਪਣੇ ਪਿੰਡੋਂ ਭੱਜਿਆ ਬਾਬਾ ਬੁੱਢਾ ਸਿੰਘ ਜੀ ਦੇ ਪਿੰਡ ਨੂੰ ਵੀ ਮੈਂ ਉਹਨਾਂ ਨੂੰ ਜਾ ਕੇ ਮਿਲ ਕੇ ਆਉਣਾ। ਇਹਨੇ ਨਾਨਾ ਜੀ ਲੱਗਦੇ ਸਨ ਬਾਬਾ ਬੁੱਢਾ ਸਿੰਘ ਜੀ। ਉਹ ਜਦੋਂ ਬਾਬਾ ਬੁੱਢਾ ਸਿੰਘ ਜੀ ਕੋਲ ਗਿਆ, ਭੱਜਿਆ ਜਾ ਰਿਹਾ, ਤੇ ਬਾਬਾ ਬੁੱਢਾ ਸਿੰਘ ਜੀ ਪਿੰਡ ਵਿੱਚੋਂ ਬਾਹਰ ਆਏ, ਆਣ ਕੇ ਗਲਵੱਕੜੀ ਵਿੱਚ ਲੈ ਲਿਆ। ਕਹਿੰਦੇ ਉਹ ਪੁੱਤਰਾ, ਚੋਰੀ ਦੇ ਪੱਠੇ ਖਵਾ ਕੇ ਤੇ ਗੁਰੂ ਦੇ ਦਰਸ਼ਨ ਕਰ ਲਈ, ਰਾਤ ਗੋਬਿੰਦ ਦੇ ਦਰਸ਼ਨ ਕਰ ਲਏ ਨੇ ਤੂੰ ਤੇ ਅੱਜ ਤੋਂ ਬਾਅਦ ਚੋਰੀ ਦੇ ਪੱਠੇ ਜਾਂ ਚੋਰੀ ਨਹੀਂ ਕਰਨੀ। ਇਹਦਾ ਮਤਲਬ ਇਹ ਨਹੀਂ ਕਿ ਜੇ ਉਹਨੇ ਚੋਰੀ ਦੇ ਪੱਠੇ ਲੈ ਆਂਦੇ ਤੇ ਉਹਨੂੰ ਦਰਸ਼ਨ ਹੋ ਗਿਆ ਤੇ ਹੁਣ ਚੋਰੀ ਹੀ ਕਰਨੀ ਸ਼ੁਰੂ ਕਰ ਦਈਏ। ਉਹ ਆਂਦੇ ਇਹ ਕੰਮ ਮਾੜਾ ਹੈ, ਤੇਰੇ ਕਰਮ ਚੰਗੇ, ਭਾਗ ਚੰਗੇ, ਤੂੰ ਚੋਰੀ ਕੀਤੀ ਫਿਰ ਵੀ ਤੈਨੂੰ ਦਰਸ਼ਨ ਹੋ ਕੇ ਵਰਜਿਆ ਸਤਿਗੁਰੂ ਰਾਮ ਸਿੰਘ ਜੀ ਨੇ, ਤੇ ਅੱਜ ਤੋਂ ਬਾਅਦ ਇਹ ਇਸ ਤਰ੍ਹਾਂ ਦਾ ਕਾਰਜ ਚੋਰੀ ਨਹੀਂ ਕਰਨੀ। ਇਸ ਤਰ੍ਹਾਂ ਬਾਬਾ ਬੁੱਢਾ ਸਿੰਘ ਜਿਹੜੇ ਸਨ, ਉਹਨਾਂ ਨੇ ਉਹਦੇ ਮਨ ਦੀ ਗੱਲ ਨੂੰ ਜਾਣ ਕੇ ਉਹਦੇ ਦੱਸਣ ਤੋਂ ਪਹਿਲਾਂ ਹੀ ਉਹਨੂੰ ਇਹ ਅੱਗੋਂ ਜਵਾਬ ਦਿੱਤਾ। ਮਾਘੀ ਦੇ ਮੇਲੇ 'ਤੇ ਗਏ ਹੋਏ ਸਨ ਬਾਬਾ ਬੁੱਢਾ ਸਿੰਘ ਜੀ, ਤੇ ਪ੍ਰਸ਼ਾਦਾ ਛਕਦੇ ਪਏ ਸਨ। ਇੱਲ ਆਈ, ਇੱਲ ਨੇ ਆਣ ਕੇ ਝੜਪ ਮਾਰੀ ਤੇ ਪ੍ਰਸ਼ਾਦਾ ਖੋਹ ਕੇ ਲੈ ਗਈ ਤੇ ਹੱਸਣ ਲੱਗ ਕੇ, ਤਾੜੀ ਮਾਰ ਕੇ ਉੱਚੀ ਉੱਚੀ ਹੱਸੇ। ਕਿਸੇ ਨੇ ਕੋਲੋਂ ਪੁੱਛਿਆ ਕੀ ਹੋਇਆ? ਕਹਿੰਦੇ ਬਸ ਹੋਣਾ ਕੀ ਏ, ਉਹਦਾ ਬੁਲਾਵਾ ਆ ਗਿਆ, 1 ਸਾਲ ਨੂੰ ਸਰੀਰ ਛੱਡ ਦੇਣਾ ਅਗਲੀ ਮਾਘੀ 'ਤੇ। ਸਮਾਂ ਬਤੀਤ ਹੁੰਦਾ ਗਿਆ। ਦੀਵਾਲੀ 'ਤੇ ਸ੍ਰੀ ਅੰਮ੍ਰਿਤਸਰ ਸਾਹਿਬ ਗਏ। ਦੀਵਾਲੀ ਜਦੋਂ ਆਈ, ਉੱਥੇ ਉਹਨਾਂ ਦਾ ਜੋੜਾ ਚੁੱਕਿਆ ਗਿਆ ਜਾਂ ਗਵਾਚ ਗਿਆ, ਕੀ ਹੋਇਆ? ਉਹ ਨੰਗੇ ਚਰਨੀ ਘਰੇ ਵਾਪਸ ਆ ਗਏ। ਜਦੋਂ ਨੰਗੇ ਚਰਨੀ ਘਰੇ ਵਾਪਸ ਆਏ, ਘਰਦਿਆਂ ਨੇ ਆਖਿਆ ਵੀ ਤੁਹਾਡਾ ਤੇ ਜੋੜਾ ਬਣਵਾ ਦਈਏ, ਮੇਚਾ ਦੇ ਦਈਏ ਤੁਹਾਡਾ, ਤੇ ਹੁਣ ਤੁਸੀਂ ਜੋੜਾ ਪਾ ਲਓ, ਜੋੜਾ 'ਚ ਚੁੱਕਿਆ ਗਿਆ, ਨਹੀਂ ਲੱਭਿਆ, ਗਵਾਚ ਗਿਆ, ਤੇ ਤਾਂ ਕੀ ਹੋ ਗਿਆ? ਉਹ ਕਹਿੰਦੇ ਕੋਈ ਲੋੜ ਨਹੀਂ ਜੋੜੇ ਦੀ, ਹੋਰ 2-2.5 ਮਹੀਨੇ ਰਹਿ ਗਏ ਨੇ ਤੇ ਸਰੀਰ ਛੱਡ ਦੇਣਾ, ਕੀ ਕਰਨਾ ਜੋੜਾ ਪਾ ਕੇ। ਐਸੀ ਮਸਤ ਬਿਰਤੀ ਦੇ ਮਾਲਕ ਸਨ ਬਾਬਾ ਬੁੱਢਾ ਸਿੰਘ ਜੀ। ਜਦੋਂ ਉਹਨਾਂ ਦਾ ਅੰਤਲਾ ਸਮਾਂ ਆਇਆ, ਉਹਨਾਂ ਨੇ 8 ਦਿਨ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਮੈਂ ਹੁਣ ਸਰੀਰ ਛੱਡ ਦੇਣਾ। 1898 'ਚ ਉਹਨਾਂ ਨੇ ਸਰੀਰ ਛੱਡਿਆ ਸੀ। ਤੇ ਸੱਚ ਪਾਤਸ਼ਾਹ ਜੀ ਦੇ ਇਸ ਤਰ੍ਹਾਂ ਦੇ ਸਤਿਗੁਰੂ ਪਹਿਲਾਂ ਰਾਮ ਸਿੰਘ ਜੀ ਦੇ ਚਰਨਾਂ ਦੇ ਨਾਲ ਪ੍ਰੀਤ, ਉਸੇ ਤਰ੍ਹਾਂ ਹੀ ਜਿਹੜੀ ਉਹਨਾਂ ਦੀ ਪ੍ਰੀਤ ਸੀ ਉਹ ਸਤਿਗੁਰੂ ਹਰੀ ਸਿੰਘ ਦੇ ਚਰਨਾਂ ਦੇ ਨਾਲ ਉਹਨਾਂ ਦੀ ਰਹੀ। ਇਹ ਸਿੱਖ ਸਨ ਸਤਿਗੁਰੂ ਹਰੀ ਸਿੰਘ ਜੀ ਦੇ ਵੇਲੇ ਦੇ। ਮੈਂ ਸੋਚਿਆ ਸੀ ਵਿੱਚ ਕਿਸੇ ਸਿੱਖ ਦੀ ਮੈਂ ਜੀਵਨੀ ਵੀ ਸੁਣਾ ਦਿਆ ਕਰਾਂਗਾ, ਇਸ ਕਰਕੇ ਉਹ ਹੁਣ ਇਸ ਟਾਈਮ ਪ੍ਰਸੰਗ ਜਿਹੜਾ ਚੱਲਦਾ ਪਿਆ ਉਹ 1898 1900 ਦੇ ਆਸ-ਪਾਸ ਪਹੁੰਚਿਆ ਸੀ, ਤੇ ਇਸ ਕਰਕੇ ਮੈਂ ਸੋਚਿਆ ਕਿ ਮੈਂ ਸੰਤਾਂ ਦਾ ਜੀਵਨ ਸੁਣਾ ਦੇਵਾਂ। ਸਤਿਗੁਰੂ ਰਾਮ ਸਿੰਘ ਜੀ ਸਤਿਗੁਰੂ ਹਰੀ ਸਿੰਘ ਜੀ ਅੰਮ੍ਰਿਤਸਰ ਗਏ, ਦਰਸ਼ਨ ਦਿੱਤੇ। ਉੱਥੇ ਸਿੱਖਾਂ ਨੇ ਆਣ ਕੇ ਅਰਜ਼ ਕੀਤੀ ਸਤਿਗੁਰੂ ਹਰੀ ਸਿੰਘ ਜੀ ਦੇ ਚਰਨਾਂ ਵਿੱਚ ਕਿ ਸਤਿਗੁਰੂ ਰਾਮ ਸਿੰਘ ਜੀ ਨੂੰ ਪ੍ਰਦੇਸ਼ ਗਿਆਂ ਨੂੰ 29 ਸਾਲ ਹੋ ਗਏ ਨੇ। ਜੇ ਆਪ ਜੀ ਦੀ ਰਜਾ ਹੋਵੇ ਤੇ ਅਸੀਂ ਸਰਕਾਰੀ ਦਰਬਾਰੇ ਚਿੱਠੀ ਲਿਖ ਕੇ ਭੇਜੀਏ ਉਹਨਾਂ ਨੂੰ ਕਿ 29 ਸਾਲ ਹੋ ਗਏ ਨੇ, ਹੁਣ ਤੇ ਉਹਨਾਂ ਨੂੰ ਵਾਪਸ ਘਰੇ ਆਉਣ ਦਿੱਤਾ ਜਾਵੇ। ਸੱਚ ਪਾਤਸ਼ਾਹ ਜੀ ਬਚਨ ਕੀਤਾ, ਜੇ ਝੂਠੇ ਕਰਨੇ ਤੇ ਤੁਸੀਂ ਜ਼ਰੂਰ ਚਿੱਠੀ ਲਿਖ ਲਵੋ, ਉਹਨਾਂ ਨੂੰ ਝੂਠਿਆਂ ਹੀ ਕਰਨਾ ਹੈ ਤੁਸੀਂ, ਤੇ ਲਿਖ ਲਵੋ, ਕੋਈ ਗੱਲ ਨਹੀਂ। ਉਹ ਚਿੱਠੀ ਦੀ ਮਨਜ਼ੂਰੀ ਮਿਲ ਗਈ। ਉਸ ਚਿੱਠੀ ਦੇ ਵਿੱਚ ਸਿੱਖਾਂ ਨੇ ਲਿਖਿਆ ਸੀ, ਸੱਚ ਪਾਤਸ਼ਾਹ ਨੂੰ ਅਰਜ਼ ਕੀਤੀ ਸਿੱਖਾਂ ਨੇ ਵੀ ਜਿਹਨੂੰ 20 ਸਾਲ ਦੀ ਉਮਰ ਕੈਦ ਹੁੰਦੀ ਹੈ, 20 ਸਾਲ ਬਾਅਦ ਤੇ ਉਹ ਵੀ ਆ ਜਾਂਦਾ ਹੈ, ਤੇ ਸਤਿਗੁਰੂ ਰਾਮ ਸਿੰਘ ਜੀ ਨੂੰ ਤੇ ਗਿਆਨ ਨੂੰ 29 ਸਾਲ ਹੋ ਗਏ ਨੇ ਤੇ ਹਾਲੇ ਤੱਕ ਉਹਨਾਂ ਦੇ ਦਰਸ਼ਨ ਨਹੀਂ ਸਾਨੂੰ ਹੋਏ।
ਤੇ ਇਹ ਸੱਚ ਪਾਤਸ਼ਾਹ ਜੀ ਹੁਕਮ ਕੀਤਾ ਜੇ ਚਿੱਠੀ ਲਿਖਣੀ ਹੈ, 2 ਚਿੱਠੀਆਂ ਲਿਖਣੀਆਂ ਨੇ। ਇੱਕ ਲਾਹੌਰ ਲਿਖਣੀ ਹੈ ਕਿਉਂਕਿ ਪੰਜਾਬ ਦੀ ਰਾਜਧਾਨੀ ਉਸ ਸਮੇਂ ਲਾਹੌਰ ਸੀ ਅਤੇ ਹਿੰਦੁਸਤਾਨ ਦਾ ਮੇਨ ਸੈਂਟਰ ਜਿਹੜਾ ਸੀ ਉਹ ਕਲਕੱਤਾ ਮੰਨਿਆ ਜਾਂਦਾ ਸੀ, ਕਿਉਂਕਿ ਇਹਨਾਂ ਨੇ ਈਸਟ ਇੰਡੀਆ ਕੰਪਨੀ ਜਿਹੜੇ ਦੇ ਰੂਪ ਵਿੱਚ ਬ੍ਰਿਟਿਸ਼ ਗੌਰਮੈਂਟ ਆਈ ਸੀ, ਉਹਨਾਂ ਨੇ ਸਭ ਤੋਂ ਪਹਿਲਾਂ ਕਲਕੱਤੇ ਆਏ ਸੀ। ਇਸ ਕਰਕੇ ਉਹਨਾਂ ਦਾ ਮੇਨ ਹੈੱਡਕੁਆਟਰ ਉਹਨਾਂ ਨੇ ਆਪਣੇ ਆਪ ਨੂੰ ਕਲਕੱਤੇ ਵਿੱਚ ਹੀ ਰੱਖਿਆ ਸੀ। ਸੱਚ ਹੁਕਮ ਕੀਤਾ ਫਿਰ 2 ਚਿੱਠੀਆਂ ਲਿਖਣੀਆਂ ਨੇ, ਇੱਕ ਕਲਕੱਤੇ ਭੇਜਾਂਗੇ, ਇੱਕ ਲਾਹੌਰ ਭੇਜਾਂਗੇ। ਅਤੇ ਇੱਕ ਸਿੱਖ ਨੇ ਜਾ ਕੇ ਫਿਰ ਉਹ ਚਿੱਠੀ ਲਿਖੀ, ਉਹ ਸੱਚ ਪਾਤਸ਼ਾਹ ਨੂੰ ਚਿੱਠੀ ਪੜ੍ਹਾਈ। ਉਹ ਚਿੱਠੀ ਵਿੱਚ ਲਿਖਦੇ ਨੇ कि रामदासपुरे रहन वाले जिला लुधियाना मुल्क पंजाब के नामधारी सिंघां को श्री सतगुरु राम सिंह जी के विछोड़े का बड़ा दुख हो रहा है। 30 वर्ष होए हन बेगुनाह नामधारियां के सच्चे सतगुरु जी को बेतकसीर प्रदेश को कैद करके लै गए हो। उन्हां को पाछे उन्हां के भाई पर पहरा बिठाया है, भाव उन्हां तो पिछों सागू हरी सिंह ते पहरा बिठाया है। बड़े जुल्म की बात है, बिना इजाज़त कहीं जाना नहीं मिलता है। श्री सतगुरु राम सिंह जी को रिहाई देकर साडे दुख नूं दूर किया जावे, जवाब जरूर बख्शो। फिर ये चिट्ठी सच पातशाह जी हुक्म किया कि तुसीं अंग्रेजी विच भी लिखवा लो। अंग्रेजी विच लिखा के फिर ये शिमले नूं भी चिट्ठी भेजी, पर उस चिट्ठी का कदी भी भैणी साहब उन्होंने कोई जवाब लिख के नहीं भेजा। जिहड़ा सतगुरु हरी सिंह जी बचन किया सी ना भी तुसीं सिर्फ झूठियां ही करना उन्होंने कर लो, पर वो तो इस गल का जवाब दे ही नहीं सकते। इसी तरह ही सतगुरु हरी सिंह जी विचर रहे ने, बख्शिश कर रहे हैं सिखां विच। सतगुरु राम सिंह जी के समय एक सिख बनया, मुसलमान सी, उन्हें भजन पुछ लिया, टेक सिंह नां रखा लिया अपना, तो घर विच गऊ रखनी शुरू की, जिस तरह हुक्म सी गावां दी सेवा करनी। सिख गावां करके शहीद होए गऊबद तो। वो सिख ने अपने घरे गां रख ली, गां रख ली, दुध पींदा सी, एक सेर दुध दिंदी सी रोज़ गां दा। दुध जिन्ना चिर दिंदी रही उन्ना चिर ते उहदी बड़ी सेवा की, पर एक समा आया कि गां बजुर्ग हो गई, दुध देना बंद कर दिता। वो गां उस टेक सिंह ने 1 रुपये के मुੱਲ नाल किसी तुर्क नूं भाव किसी मुसलमान नूं वेच दित्ती। मुसलमान ने बेट विच लिजा के उस बेर ते उस गां नूं मार दिता, बुचड़खाने दे दित्ती। सिखां नूं इस गल दा पता लगा ते सिख दवा दव जाके उहदे घरे उहनूं टेक सिंह नूं फड़ लिया, दरवाज़ा बंद कर लिया। सिख बड़ी कोशिश की दरवाज़ा खोलण दी, पर वो अंदरों सोटे मारे दरवाज़ा ना खोलन देवे, पर सिख ज़्यादा सी, दरवाज़ा खोल के अंदर वड़ गए। बहुत कुटिया, ਜਦੋਂ ਬਹੁਤ ਕੁੱਟਿਆ ਤੇ ਅੱਗੋਂ ਕਹਿਣ ਲੱਗਾ ਕਿ ਤੁਹਾਨੂੰ ਸਤਿਗੁਰੂ ਰਾਮ ਸਿੰਘ ਦਾ ਵਾਸਤਾ ਹੁਣ ਨਾ ਮਾਰਿਓ। ਉਸ ਤੋਂ ਬਾਅਦ ਸਿੱਖਾਂ ਨੇ ਛੱਡ ਦਿੱਤਾ। ਕਹਿਣ ਲੱਗੇ ਕਿ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਬਚਨ ਕੀਤਾ ਸੀ ਨਾ ਕਿ ਮੁਸਲਮਾਨ ਦਾ ਵਿਸਾਹ ਨਹੀਂ ਖਾਣਾ, ਤੂੰ ਤੇ ਉਹੀ ਮੁਸਲਮਾਨ ਦਾ ਮੁਸਲਮਾਨ ਹੀ ਰਿਹਾ, 35 ਸਾਲ ਸਿੱਖ ਬਣ ਕੇ ਰਿਹਾ, ਪਰ ਤੇਰੇ ਅੰਦਰ ਇੰਨੀ ਵੀ ਗੱਲ ਨਹੀਂ ਆਈ ਕਿ ਸਿੱਖਾਂ ਨੇ ਆਪਣੇ ਇਸ ਗਊ ਬੱਧ ਵਾਸਤੇ, ਗਊ ਬੁਚੜਾਂ ਨੂੰ ਮਾਰਨ ਵਾਸਤੇ ਜਾਨਾਂ ਦੇ ਦਿੱਤੀਆਂ, ਸਤਿਗੁਰੂ ਪ੍ਰਦੇਸ਼ ਚਲੇ ਗਏ। ਤੂੰ ਕਾਹਦਾ ਸਿੱਖ ਹੋਇਆ ਜਿੰਨੇ ਫਿਰ ਵੀ ਉਹ ਗਾਂ ਜਿਹੜੀ ਸੀ ਉਹ ਬੁਚੜਾਂ ਨੂੰ ਪਹੁੰਚਾ ਦਿੱਤੀ 1 ਰੁਪਈਆ ਮੁੱਲ ਦੇ ਕੇ। ਇੱਕ ਦਿਨ ਸਤਿਗੁਰੂ ਜਗਜੀਤ ਸਿੰਘ ਇੰਗਲੈਂਡ ਦਾ ਬਚਨ ਆ, ਇੰਗਲੈਂਡ ਦੇ ਸਿੱਖਾਂ ਨੇ ਇੱਕ ਸਰੀਰ ਨੇ ਅਰਜ਼ ਕੀਤੀ, ਪਾਤਸ਼ਾਹ ਜੀ ਇੱਕ ਗੋਰਾ ਆ ਸੰਗਤ ਵਿੱਚ ਆਉਂਦਾ ਆ, ਬੜਾ ਭਜਨ ਬਾਣੀ ਕਰਦਾ ਆ, ਕਿਰਪਾ ਕਰੋ ਜੇ ਆਪ ਜੀ ਦੀ ਰਜਾ ਹੋਵੇ ਆਪਾਂ ਉਹਨੂੰ ਸੰਗਤ ਵਿੱਚ ਰਲਾ ਲਈਏ। ਸੱਚ ਪਾਤਸ਼ਾਹ ਜੀ ਹੁਕਮ ਕੀਤਾ ਕਿ ਇਹਨਾਂ ਨੇ ਪੁਸ਼ਤਾਂ ਤੋਂ ਸਦੀਆਂ ਤੋਂ ਗਾਂ ਦਾ ਮਾਸ ਖਾਂਦੇ ਆ ਰਹੇ ਨੇ, ਅਤੇ ਜੇ ਆਹ ਇੱਕ ਬੰਦੇ ਨੇ ਛੱਡ ਦਿੱਤਾ ਹੈ ਕੁਝ ਸਾਲਾਂ ਤੋਂ, ਅਤੇ ਤੁਸੀਂ ਕੀ ਸੋਚਦੇ ਹੋ ਕਿ ਮੈਂ ਅੱਜ ਇਹਨਾਂ ਨੂੰ ਨਾਰ ਲਾ ਲਵਾਂ ਆਪਣੇ ਵਿੱਚ? ਇਹ ਨਹੀਂ ਹੋ ਸਕਦਾ। ਸੋ ਇਹੀ ਗੱਲ ਹੈ ਕਿ ਜਿਹੜੇ ਜਿਸ ਤਰ੍ਹਾਂ ਦੇ ਹੁੰਦੇ ਨੇ ਉਹਨਾਂ ਦੇ ਵਿੱਚ ਅਸੀਂ ਧੰਨ ਭਾਗ ਸਮਝੀਏ ਆਪਣੇ, ਸਾਨੂੰ ਸਤਿਗੁਰ ਨੇ ਆਪਣੇ ਲੜ ਲਾਇਆ ਹੈ, ਸਾਨੂੰ ਆਪਣੇ ਬਣਾਇਆ ਹੈ, ਅਸੀਂ ਗੁਰੂ ਵਾਲੇ ਅਖਵਾਉਂਦੇ ਹਾਂ। ਅਸੀਂ ਜ਼ੋਰ ਨਾਲ ਆਖ ਸਕਦੇ ਹਾਂ ਕਿ ਮੈਂ ਗੁਰੂ ਰਾਮ ਸਿੰਘ, ਸਤਿਗੁਰੂ ਹਰੀ ਸਿੰਘ, ਸਤਿਗੁਰੂ ਜਗਜੀਤ ਸਿੰਘ, ਸਤਿਗੁਰੂ ਉਦੇ ਸਿੰਘ ਦਾ ਸਿੱਖ ਹਾਂ। ਜੇ ਸਤਿਗੁਰ ਸਾਡੇ 'ਤੇ ਕਿਰਪਾ ਨਾ ਕਰਨਾ, ਅਸੀਂ ਵੀ ਤਾਂ ਨਹੀਂ ਤਾਂ ਲੋਕਾਂ ਵਰਗੇ ਹੋਣਾ ਸੀ। ਜਿਵੇਂ ਲੋਕ ਨੇ, ਸਧਾਰਨ ਲੋਕ ਜਿਹੜੇ ਨੇ ਉਹ ਭਜਨ ਨਹੀਂ, ਬਾਣੀ ਨਹੀਂ, ਰੱਬ ਦਾ ਨਾਂ ਨਹੀਂ, ਸਿਰਫ ਆਪਣੀ ਮਨਮੱਤ ਵਿੱਚ ਹੀ ਲੱਗੇ ਹੋਏ ਨੇ, ਅਸੀਂ ਵੀ ਉਸੇ ਤਰ੍ਹਾਂ ਦਾ ਹੋਣਾ ਸੀ। ਇਹ ਤਾਂ ਸੱਚ ਪਾਤਸ਼ਾਹ ਜੀ ਬਖਸ਼ਿਸ਼ ਕੀਤੀ ਹੈ। ਇਸੇ ਤਰ੍ਹਾਂ ਹੀ ਇੱਕ ਹੋਰ ਸਿੱਖ ਸੀਗਾ, ਉਹਨੇ ਵੀ ਗਾਂ ਜਿਹੜੀ ਸੀ ਉਹ ਜਦੋਂ ਬਜ਼ੁਰਗ ਹੋ ਗਈ, ਦੁੱਧ ਦੇਣੋਂ ਹਟ ਗਈ,
ਉਹਨੇ ਜਾ ਕੇ ਵੇਚ ਦਿੱਤੀ। ਸਿੱਖਾਂ ਨੂੰ ਪਤਾ ਲੱਗਿਆ, ਦੇਵਾ ਸਿੰਘ ਨੂੰ ਪਤਾ ਲੱਗਿਆ, ਉਹਨੇ ਦਵਾ ਦਾ ਭੈਣੀ ਸਾਹਿਬ ਸੁਨਾਹ ਭੇਜਿਆ ਕਿ ਸਿੱਖ ਭੇਜੋ, ਗਾਂ ਬਚਾਉਣੀ ਹੈ ਬੁੱਚੜਾਂ ਕੋਲ ਜਾਣ ਤੋਂ ਪਹਿਲਾਂ ਪਹਿਲਾਂ। ਉਹ ਗਾਂ ਜਿਹੜੀ ਸੀ ਉਹ ਬੁੱਚੜਾਂ ਤੱਕ ਪਹੁੰਚਾ ਦਿੱਤੀ ਗਈ, ਪਰ ਸਿੱਖਾਂ ਨੇ 30 ਰੁਪਈਏ ਮੁੱਲ ਦੇ ਕੇ ਉਸ ਗਾਂ ਨੂੰ ਬੁੱਚੜਾਂ ਕੋਲੋਂ ਬਚਾਇਆ। ਕਿਸੇ ਵੀ ਹੱਦ ਤੱਕ ਜਾ ਸਕਦੇ ਸੀ ਸਿੱਖ, ਉਹ ਜਾਂਦੇ ਸਨ। ਅਤੇ ਉਹ ਸਤਿਗੁਰੂ ਰਾਮ ਸਿੰਘ ਦਾ ਹੁਕਮ ਸੀ ਜਿਹੜਾ ਵੀ ਗਊ ਵੱਧ ਨਹੀਂ ਹੋਣ ਦੇਣੀ ਪੰਜਾਬ ਵਿੱਚ, ਉਹਦੇ ਉੱਤੇ ਪੂਰਾ ਪਹਿਰਾ ਦੇ ਰਹੇ ਨੇ ਸਿੱਖ। ਇੱਕ ਨਿਹਾਲ ਸਿੰਘ ਸਿੱਖ ਸੀਗਾ ਚੁਗਾਵੇਂ ਤੋਂ। ਨਿਹਾਲ ਸਿੰਘ ਨੇ ਕਿਸੇ ਦੂਸਰੇ ਸਿੱਖ ਤੋਂ ਪੈਸੇ ਲਏ ਸਨ। ਪੈਸੇ ਲਏ, ਉਹ ਸਿੱਖ ਨੇ ਜਦੋਂ ਦੁਬਾਰਾ ਪੈਸੇ ਮੰਗੇ ਤੇ ਨਿਹਾਲ ਸਿੰਘ ਜਿਹੜਾ ਸੀ ਉਹ ਮੁੱਕਰ ਗਿਆ ਕਿ ਮੈਂ ਤੇਰੇ ਪੈਸੇ ਨਹੀਂ ਦੇਣੇ। ਉਹਨੇ ਕੋਰਟ 'ਚ ਕੇਸ ਕਰ ਦਿੱਤਾ, ਦਾਅਵਾ ਕਰ ਦਿੱਤਾ ਕਿ ਮੈਂ ਨਿਹਾਲ ਸਿੰਘ ਤੋਂ ਪੈਸੇ ਲੈਣੇ ਨੇ। ਕਚਹਿਰੀ ਵਿੱਚ ਕੇਸ ਚਲਾ ਗਿਆ ਕਿ ਮੇਰੇ ਪੈਸੇ ਨਹੀਂ ਦਿੰਦਾ। ਜੱਜ ਨੇ ਫੈਸਲਾ ਨਿਹਾਲ ਸਿੰਘ ਦੇ ਹੱਕ ਵਿੱਚ ਸੁਣਾ ਦਿੱਤਾ ਕਿ ਨਿਹਾਲ ਸਿੰਘ ਜਿਹੜਾ ਹੈ ਉਹ ਸੱਚਾ ਆ, ਉਹਨੇ ਪੈਸੇ ਇਹ ਤੋਂ ਲਏ ਹੀ ਨਹੀਂ ਅਤੇ ਦੇਣੇ ਵੀ ਨਹੀਂ। ਜਦੋਂ ਲਏ ਨਹੀਂ ਫਿਰ ਦੇ ਕਿਉਂ? ਉਹ ਨਿਹਾਲ ਸਿੰਘ ਜਿਹੜਾ ਸੀ ਉਹ ਸਤਿਗੁਰੂ ਹਰੀ ਸਿੰਘ ਦੇ ਚਰਨਾਂ ਵਿੱਚ ਆਇਆ। ਉਹਨੇ ਆਣ ਕੇ ਅਰਜ਼ ਕੀਤੀ, ਪਾਤਸ਼ਾਹ ਕੇਸ ਤੇ ਮੈਂ ਜਿੱਤ ਗਿਆ ਪਰ ਮੈਂ ਝੂਠਾ ਆ, ਮੁੱਕਰ ਗਿਆ ਸੀ ਉੱਥੇ। ਸਤਿਗੁਰੂ ਹਰੀ ਸਿੰਘ ਜੀ ਬਚਨ ਕੀਤਾ, ਮੂੰਹ ਕਾਲਾ ਕਰਕੇ ਜਾ ਕੇ ਕਚਹਿਰੀ ਵਿੱਚ ਉਸੇ ਜੱਜ ਦੇ ਸਾਹਮਣੇ ਪੇਸ਼ ਹੋ। ਕਿਉਂਕਿ ਉਹ ਜਿਹੜਾ ਦੂਸਰਾ ਸਿੱਖ ਸੀ ਉਹ ਫਿਰ ਸਾਧੂ ਹਰੀ ਸਿੰਘ ਜੀ ਕੋਲ ਆਇਆ। ਉਹਨੇ ਆਣ ਕੇ ਆਖਿਆ ਜੀ ਮੇਰੇ ਪੈਸੇ ਦੇਣੇ ਨੇ ਨਿਹਾਲ ਸਿੰਘ ਨੇ ਅਤੇ ਇਹ ਮੁੱਕਰ ਗਿਆ ਹੈ ਕੋਰਟ ਵਿੱਚ ਵੀ ਜਾ ਕੇ। ਫਿਰ ਸਿੱਖ ਸਾਧੂ ਹਰੀ ਸਿੰਘ ਜੀ ਕੋਲ ਨਹੀਂ ਮੁੱਕਰਿਆ, ਉੱਥੇ ਕਹਿੰਦਾ ਜੀ ਮੈਂ ਦੇਣੇ ਨੇ। ਫਿਰ ਸੱਚ ਭਾਵ ਕੀਤਾ ਵੀ ਐਵੇਂ ਨਹੀਂ ਪੈਸੇ ਦੇ ਦੇਣੇ ਚੁੱਪ ਕਰਕੇ, ਮੂੰਹ ਕਾਲਾ ਕਰਕੇ ਕੋਰਟ ਵਿੱਚ ਜਾ, ਉਸੇ ਜੱਜ ਦੇ ਸਾਹਮਣੇ ਜਾ ਕੇ ਇਹ ਗੱਲ ਕਬੂਲ ਕਰ ਕਿ ਮੈਂ ਨਿਹਾਲ ਸਿੰਘ ਇਹ ਤੋਂ ਪੈਸੇ ਲਏ ਸੀ ਅਤੇ ਮੈਂ ਉਹਦੇ ਪੈਸੇ ਵਾਪਸ ਦੇਣੇ ਨੇ, ਤੁਸੀਂ ਝੂਠਾ ਫੈਸਲਾ ਸੁਣਾਇਆ, ਕਹਿ ਜੋ ਵੀ ਜਿਸ ਤਰ੍ਹਾਂ ਵੀ। ਫਿਰ ਉਹ ਜਾ ਕੇ ਕੋਰਟ 'ਚ ਜੱਜ ਦੇ ਸਾਹਮਣੇ ਪੇਸ਼ ਹੁੰਦਾ ਹੈ। ਜੱਜ ਆਪਣੀ ਕੁਰਸੀ ਤੋਂ ਉੱਠ ਕੇ ਕਹਿੰਦਾ, ਧੰਨ ਉਹ ਸਿੱਖਾ, ਧੰਨ ਤੇਰਾ ਗੁਰੂ ਜਿਹਨੂੰ ਤੂੰ ਇਸ ਤਰ੍ਹਾਂ, ਜਿਹਨੂੰ ਤੁਸੀਂ ਗੁਰੂ ਮੰਨਦੇ ਹੋ, ਅਤੇ ਇੰਨੀ ਜਿਹਨੇ ਧਰਮ ਦੀ ਕਾਰ ਤੋਰ ਕੇ ਰੱਖੀ ਹੈ, ਉਹ ਸਿੱਖਾਂ ਤੋਂ ਬੇਨਿਆਈਆਂ ਨਹੀਂ ਹੋਣ ਦਿੰਦਾ, ਉਹਨਾਂ ਨੂੰ ਆਪਣੇ ਹੁਕਮਾਂ ਵਿੱਚ ਲਾ ਕੇ ਰੱਖਦਾ, ਧਰਮ ਤੋਂ ਲਾਂਭੇ ਨਹੀਂ ਜਾਣ ਦਿੰਦਾ ਜੇ ਕੋਈ ਗਲਤੀ ਵੀ ਕਰ ਲੈਂਦਾ ਹੈ। ਸਤਿਗੁਰੂ ਹਰੀ ਸਿੰਘ ਜੀ ਸਰੋਵਰ ਤਿਆਰ ਹੋ ਗਿਆ, ਭੈਣੀ ਸਾਹਿਬ ਵਾਲਾ ਜਗ੍ਹਾ ਸਤਿਗੁਰੂ ਹਰੀ ਸਿੰਘ ਜੀ ਨੂੰ ਮਿਲ ਚੁੱਕੀ ਹੈ ਸਰੋਵਰ ਵਾਲੀ। ਇੱਕ ਦਿਨ ਸਰੋਵਰ ਦਾ ਜਲ ਜਿਹੜਾ ਸੀ ਉਹ ਗਹਿਰਾ ਹੋ ਗਿਆ। ਸਤਿਗੁਰੂ ਹਰੀ ਸਿੰਘ ਜੀ ਜਾ ਕੇ ਆਪ ਸਰੋਵਰ ਵਿੱਚ ਇਸ਼ਨਾਨ ਕੀਤਾ। ਇਸ਼ਨਾਨ ਕਰਕੇ ਤੇ ਫਿਰ ਵਰਦਾਨ ਦਿੱਤਾ ਕਿ ਜਿਸ ਵੀ ਸਿੱਖ ਨੂੰ ਤਾਪ ਚੜ੍ਹ ਜਾਵੇ, ਭਾਵ ਬੁਖਾਰ ਹੋ ਜਾਵੇ, ਜਦੋਂ ਬੁਖਾਰ ਚੜ੍ਹੇ ਦੇ ਵਿੱਚ ਆਣ ਕੇ ਇਸ ਸਰੋਵਰ 'ਚ ਇਸ਼ਨਾਨ ਕਰੇਗਾ ਤਾਂ ਉਹਦਾ ਬੁਖਾਰ ਲੱਥ ਜਾਏਗਾ, ਉਤਰ ਜਾਏਗਾ ਬੁਖਾਰ ਉਹਦਾ। ਫਿਰ ਸਰੋਵਰ ਦੀ ਮਰਜ਼ਾਦਾ ਸਤਿਗੁਰੂ ਹਰੀ ਸਿੰਘ ਜੀ ਦੱਸੀ, ਕਿਸੇ ਵੀ ਸਿੱਖ ਨੇ ਆਪਣਾ ਪਰਨਾ ਅਤੇ ਕਛਹਿਰਾ ਇਹਦੇ ਵਿੱਚ ਨਹੀਂ ਨਿਚੋੜਨਾ। ਕਿ ਅੱਜ ਵੀ ਤੁਸੀਂ ਦੇਖੋ ਭੈਣੀ ਸਾਹਿਬ, ਤੁਸੀਂ ਜਦੋਂ ਇਸ਼ਨਾਨ ਕਰਨ ਜਾਓ ਸਰੋਵਰ ਵਿੱਚ, ਉੱਥੇ ਲਿਖ ਕੇ ਵੀ ਲਾਇਆ ਹੋਏਗਾ। ਉੱਥੇ ਜਦੋਂ ਅਸੀਂ ਹੁੰਦੇ ਸੀ ਸਿੱਖ, ਸਾਨੂੰ ਪਿੱਛੋਂ ਪੂਰਾ ਇਸ ਤਰ੍ਹਾਂ ਹੁਕਮ ਹੁੰਦਾ ਸੀ ਵੀ ਕਿਸੇ ਤਰ੍ਹਾਂ ਜੇ ਤੁਸੀਂ ਮੈਦਾਨ ਗਏ ਹੋ, ਪਹਿਲਾਂ ਬਾਹਰ ਇਸ਼ਨਾਨ ਕਰਨਾ, ਫਿਰ ਜਾ ਕੇ ਸਰੋਵਰ 'ਚ ਇਸ਼ਨਾਨ ਕਰਨਾ। ਕਿਸੇ ਨੇ ਕਛਹਿਰਾ ਨਹੀਂ ਧੋਣਾ, ਪਰਨਾ ਨਹੀਂ ਧੋਣਾ ਆਪਣਾ ਸਰੋਵਰ ਵਿੱਚ ਜਾ ਕੇ। ਸਤਿਗੁਰੂ ਹਰੀ ਸਿੰਘ ਜੀ ਬਚਨ ਕਰਦੇ ਸਨ, ਕਿਸੇ ਨੇ ਦਾਤਨ ਕਰਨੀ ਹੈ ਸਰੋਵਰ ਦੇ ਕੰਢੇ ਬੈਠ ਕੇ ਨਹੀਂ ਕਰਨੀ, ਦੂਰ ਜਾ ਕੇ ਦਾਤਨ ਕਰਕੇ ਆਓ। ਮੈਦਾਨ ਜ਼ਰੂਰ ਦੂਰ ਜਾਣਾ, ਨੇੜੇ ਬੈਠ ਕੇ ਨਹੀਂ ਜਾਣਾ। ਬਾਥਰੂਮ ਕਰਨਾ, ਚੀਤਾ ਛੱਡਣਾ, ਉਹ ਵੀ ਦੂਰ ਜਾ ਕੇ ਛੱਡਣਾ, ਉਹ ਵੀ ਨੇੜੇ ਬਹਿ ਕੇ ਨਹੀਂ ਜਲ ਵਰਤਣਾ ਕਿਸੇ ਨੇ। ਸੱਚ ਪਾਤਸ਼ਾਹ ਜੀ ਇੱਥੋਂ ਤੱਕ ਬਚਨ ਕੀਤਾ ਸੀ ਕਿ ਇਸ ਸਰੋਵਰ ਦਾ ਜਲ ਗੜਵੇ ਵਿੱਚ ਪਾ ਕੇ ਤੁਸੀਂ ਮੈਦਾਨ ਵੀ ਲੈ ਕੇ ਨਹੀਂ ਜਾਣਾ। ਭਾਵ ਜਦੋਂ ਉਸ ਸਮੇਂ ਜਿਹੜੇ ਸਿੱਖ ਸਨ ਬਾਹਰ ਮੈਦਾਨ ਜਾਂਦੇ ਸਨ, ਲੈਟਰਿਨ ਜਾਇਆ ਕਰਦੇ ਸਨ ਬਾਹਰ ਖੇਤਾਂ ਵਿੱਚ, ਅਤੇ ਸਤਿਗੁਰੂ ਰਾਮ ਸਿੰਘ ਦਾ ਹੁਕਮ ਸੀ ਕਿ ਤੁਸੀਂ ਗੜਵੇ ਵਿੱਚ ਜਲ ਪਾ ਕੇ ਲੈ ਕੇ ਜਾਇਆ ਕਰੋ। ਇੱਕ ਸਿੱਖ ਸੀਗਾ, ਉਹ ਸਤਿਗੁਰੂ ਰਾਮ ਸਿੰਘ ਦੇ ਸਮੇਂ ਬਿਨਾਂ ਜਲ ਤੋਂ ਇਸ ਤਰ੍ਹਾਂ ਹੀ ਚਲਾ ਗਿਆ। ਉਹ ਬਾਅਦ 'ਚੋਂ ਕਿਸੇ ਖਾਲ 'ਚੋਂ ਉਹਨੇ ਜਲ ਵਰਤਿਆ, ਪਾਣੀ ਵਰਤ ਕੇ ਤੇ ਵਾਪਸ ਤੁਰਿਆ ਆਵੇ। ਸੱਚ ਪਾਤਸ਼ਾਹ ਜੀ ਹੁਕਮ ਕੀਤਾ ਕਿ ਕਿੱਥੋਂ ਆਇਆ ਹੈ? ਉਹ ਕਹਿੰਦਾ ਜੀ ਮੈਦਾਨ ਗਿਆ ਸੀ। ਸਤਿਗੁਰੂ ਰਾਮ ਸਿੰਘ ਜੀ ਹੁਕਮ ਕੀਤਾ, ਤੁਹਾਨੂੰ ਕਿੰਨੀ ਵਾਰੀ ਆਖਿਆ ਹੈ ਕਿ ਆਪਣਾ ਗੜਵਾ ਨਾਲ ਲੈ ਕੇ ਜਾਇਆ ਕਰੋ, ਗੜਵੇ 'ਚ ਜਲ ਭਰ ਕੇ ਲੈ ਕੇ ਜਾਇਆ ਕਰੋ। ਕਈ ਜੂਨਾਂ ਉਹ ਨੇ ਜਿਨ੍ਹਾਂ ਨੂੰ ਜਦੋਂ ਤੁਸੀਂ ਇਹ ਮੈਦਾਨ ਜਾਂਦੇ ਹੋ ਤੁਹਾਡਾ ਜਲ ਜੂਠਾ ਹੋ ਜਾਂਦਾ ਹੈ, ਸਿਰਫ ਉਹਨਾਂ ਨੂੰ ਉਹੀ ਜਲ ਪੀਣ ਨੂੰ ਮਿਲਦਾ ਹੈ। ਧੰਨ ਹੈ ਸਤਿਗੁਰ ਜਿਹੜਾ ਸਾਰੇ ਸੰਸਾਰ ਦਾ ਧਿਆਨ ਰੱਖਦਾ ਹੈ, ਕੱਲੀ ਕੱਲੀ ਜੂਨ ਦਾ, ਜਿਹੜੀਆਂ ਅਦ੍ਰਿਸ਼ ਜੂਨਾਂ ਨੇ ਜਿਹੜੀਆਂ ਨਹੀਂ ਦਿਸਦੀਆਂ ਸਾਨੂੰ, ਉਹ ਉਹਨਾਂ ਦਾ ਵੀ ਧਿਆਨ ਰੱਖਦਾ ਹੈ ਕਿ ਉਹਨਾਂ ਨੂੰ ਪਾਣੀ ਕਿੱਥੋਂ ਮਿਲੇਗਾ ਜੇ ਤੁਸੀਂ ਸਾਰੇ ਇਸ ਤਰ੍ਹਾਂ ਹੀ ਕਰੀ ਜਾਓਗੇ।
ਸਤਿਗੁਰੂ ਰਾਮ ਸਿੰਘ ਜੀ, ਸਤਿਗੁਰੂ ਹਰੀ ਸਿੰਘ ਜੀ ਦਾ ਮਾਮਾ ਜੀ ਜਿਹੜੇ ਸਨ, ਉਹਨਾਂ ਦੀ ਮਾਮੀ ਜਿਹੜੀ ਸੀ ਰਾਮ ਕੌਰ, ਉਹਨਾਂ ਦਾ ਜਿਹੜਾ ਪੁੱਤਰ ਸੀ ਖਜਾਨ ਸਿੰਘ। ਤੁਸੀਂ ਪਹਿਲਾਂ ਪ੍ਰਸੰਗ ਸੁਣਿਆ ਕਿ ਸਤਿਗੁਰੂ ਰਾਮ ਸਿੰਘ ਦੇ ਮਾਮਾ ਜੀ ਚੜ੍ਹਾਈ ਕਰ ਗਏ, ਖਜਾਨ ਸਿੰਘ ਵੀ ਚੜ੍ਹਾਈ ਕਰ ਗਿਆ। ਖਜਾਨ ਸਿੰਘ ਦੀ ਸਿੰਘਣੀ ਭੋਲੀ ਸੀ, ਬਾਅਦ 'ਚੋਂ ਮਾਮੀ ਜਿਹੜੀ ਸੀ ਰਾਮ ਕੌਰ ਉਹ ਵੀ ਚੜ੍ਹਾਈ ਕਰ ਗਈ। ਜਿੰਨਾ ਪੈਸਾ ਸੀ, ਕਿਉਂਕਿ ਉਹਨਾਂ ਕੋਲ ਪੈਸਾ ਕਾਫੀ ਸੀ, ਸਤਿਗੁਰੂ ਰਾਮ ਸਿੰਘ ਜੀ ਉਹਨਾਂ ਦੇ ਨਾਲ ਰਲ ਕੇ ਦੁਕਾਨ ਕਰਦੇ ਸਨ। ਭੈਣੀ ਸਾਹਿਬ ਹੱਟੀ ਚਲਾਈ ਹੋਈ ਸੀ, ਜਿਸ ਤੋਂ ਘਰ ਦਾ ਗੁਜ਼ਾਰਾ ਚੱਲਦਾ ਸੀ, ਮਾਮੀ ਦੇ ਨਾਲ ਰਲ ਕੇ ਪਾਰਟਨਰਸ਼ਿਪ ਦੇ ਵਿੱਚ। ਹੁਣ ਮਾਮੀ ਵੀ ਚੜ੍ਹਾਈ ਕਰ ਗਈ, ਜਿਹੜੀ ਭੋਲੀ ਸੀ, ਨੂੰਹ ਸੀ, ਕਿਉਂਕਿ ਘਰ ਵਿੱਚੋਂ ਸਾਰੇ ਚੜ੍ਹਾਈ ਕਰ ਗਏ। ਉਸ ਭੋਲੀ ਨੇ ਆਪਣੀ ਜਿੰਨੀ ਵੀ ਜਾਇਦਾਦ ਸੀ ਉਹ ਸਾਰੀ ਆਣ ਕੇ ਸਤਿਗੁਰੂ ਰਾਮ ਸਿੰਘ ਦੇ ਚਰਨਾਂ, ਸਤਿਗੁਰੂ ਹਰੀ ਸਿੰਘ ਦੇ ਚਰਨਾਂ ਵਿੱਚ ਮੱਥਾ ਟੇਕ ਦਿੱਤੀ। ਅਤੇ ਉਹ ਅੰਤਲੇ ਸਮੇਂ ਵਿੱਚ ਉਹ ਭੈਣੀ ਸਾਹਿਬ ਹੀ ਰਹੀ, ਅਤੇ ਉਹ ਆਪਣੇ ਇੱਥੇ ਹੀ ਉਹਨੇ ਪ੍ਰਾਣ ਤਿਆਗੇ। ਉਹਨੇ ਕਿਸੇ ਵੀ ਗੱਲ ਦਾ ਮੋਹ ਨਹੀਂ ਕੀਤਾ ਕਿ ਮੈਂ ਆਪਣੇ ਕਿਸੇ ਰਿਸ਼ਤੇਦਾਰ ਨੂੰ ਦੇ ਕੇ ਜਾਵਾਂ, ਕਿਸੇ ਹੋਰ ਨੂੰ ਦੇ ਕੇ ਜਾਵਾਂ। ਉਹਨੇ ਵੀ ਸਾਰਾ ਕੁਝ ਆਪਣਾ ਡੇਰੇ ਵਿੱਚ ਸੱਚ ਪਾਤਸ਼ਾਹ ਜੀ ਨੂੰ ਹੀ ਸਮਰਪਿਤ ਕਰ ਦਿੱਤਾ। ਇੱਕ ਦਿਨ ਸਤਿਗੁਰੂ ਹਰੀ ਸਿੰਘ ਜੀ ਬਚਨ ਕੀਤਾ, ਸੱਚ ਪਾਤਸ਼ਾਹ ਜੀ ਬਚਨ ਕੀਤਾ ਕਿ ਮੇਰਾ ਅਤੇ ਸਤਿਗੁਰੂ ਰਾਮ ਸਿੰਘ ਜੀ ਦਾ ਕੁਝ ਵੀ ਵੰਡਿਆ ਹੋਇਆ ਨਹੀਂ ਸੀ, ਅਸੀਂ ਇੱਕ ਸਾਂ। ਸਾਡਾ ਜੋ ਕੁਝ ਵੀ ਸੀ ਉਹ ਸਾਰਾ ਕੁਝ ਸਾਂਝਾ ਸੀ ਸਾਡਾ। ਸੱਚ ਪਾਤਸ਼ਾਹ ਜੀ ਫਿਰ ਇੱਕ ਬਚਨ ਸੁਣਾਇਆ ਕਿ ਅਸੀਂ ਆਪਣੇ ਨਾਨਕਿਆਂ ਦੇ ਕੁਝ ਪੈਸੇ ਦੇਣੇ ਸਨ, ਉਹਨਾਂ ਤੋਂ ਘੋੜੀ ਲਈ ਸੀਗੀ, ਅਤੇ ਉਹ ਘੋੜੀ ਦੇ ਬਦਲੇ ਪੈਸੇ ਦੇਣੇ ਸਨ, ਉਹ ਨਾ ਦੇ ਸਕੇ। ਅਤੇ ਸਤਿਗੁਰੂ ਹਰੀ ਸਿੰਘ ਜੀ ਬਚਨ ਕੀਤਾ, ਉਹ ਪੈਸੇ ਮੰਗਦੇ ਸਨ, ਅਤੇ ਮੈਂ ਆਪਣੀ ਮੱਝ ਖੋਲ੍ਹ ਕੇ ਦੇ ਆਇਆ। ਜਦੋਂ ਮੱਝ ਖੋਲ੍ਹ ਕੇ ਦੇ ਆਇਆ ਅਤੇ ਸੱਚ ਪਾਤਸ਼ਾਹ ਜੀ ਬਚਨ ਕੀਤਾ ਕਿ ਉਹਨਾਂ ਨੂੰ ਕਿਹੜਾ ਕੋਈ ਕਮੀ ਸੀ ਪੈਸਿਆਂ ਦੀ, ਤੂੰ ਆਪਣੀ ਮੱਝ ਕਿਉਂ ਦਿੱਤੀ ਜਾ ਕੇ। ਉਹ ਕਹਿੰਦਾ ਜੀ, ਸਤਿਗੁਰੂ ਹਰੀ ਸਿੰਘ ਜੀ ਬਚਨ ਕਰਦੇ ਨੇ ਕਿ ਘੋੜੀ ਜਿਹੜੀ ਸੀ ਸਤਿਗੁਰੂ ਰਾਮ ਸਿੰਘ ਜੀ ਲੈ ਕੇ ਆਏ ਸਨ, ਮੱਝ ਮੈਂ ਆਪਣੀ ਖੋਲ੍ਹ ਕੇ ਦੇ ਕੇ ਆਇਆ ਸੀ। ਮੈਂ ਕਦੀ ਵੀ ਇਹ ਗੱਲ ਨਹੀਂ ਸੋਚੀ ਕਿ ਇਹ ਮੇਰਾ ਆ, ਇਹ ਉਹਨਾਂ ਦਾ ਆ। ਉਹ ਕਹਿੰਦੇ ਮੈਂ ਜਿੰਨਾ ਵੀ ਆਪਣਾ ਜੀਵਨ ਬਤੀਤ ਕੀਤਾ ਉਹ ਸਾਰਾ ਹੀ ਸੱਚ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸਾਰਾ ਕੁਝ ਉਹਨਾਂ ਦਾ ਸਮਝ ਕੇ ਸਤਿਗੁਰੂ ਹਰੀ ਸਿੰਘ ਜੀ ਬਚਨ ਕਰਦੇ ਨੇ, ਉਹ ਬਤੀਤ ਕੀਤਾ। ਸਾਡਾ ਕਦੀ ਵੀ ਕੁਝ ਵੰਡਿਆ ਹੋਇਆ ਨਹੀਂ ਸੀ, ਜਿੰਨਾ ਕੁਝ ਮੇਰੇ ਕੋਲ ਸੀ ਉਹ ਸਾਰਾ ਦਾ ਜਿਉਂ ਦਾ ਤਿਉਂ ਮੈਂ ਸੱਚ ਪਾਤਸ਼ਾਹ ਜੀ ਦਾ ਹੀ ਸਮਝ ਕੇ ਵਰਤਿਆ, ਅਤੇ ਇਸੇ ਤਰ੍ਹਾਂ ਹੀ ਮੈਂ ਰੱਖਦਾ ਸੀ। ਮੈਨੂੰ ਉਹਨਾਂ ਦਾ ਬਹੁਤ ਭੈ ਰਹਿੰਦਾ ਸੀ ਕਿ ਮੈਂ ਉਹਨਾਂ ਦੀ ਨਾਰਾਜ਼ਗੀ ਨਾ ਮੇਰੇ 'ਤੇ ਹੋ ਜਾਵੇ। ਸਤਿਗੁਰੂ ਹਰੀ ਸਿੰਘ ਜੀ ਦੌਰਾ ਜਾਂਦਾ ਆ ਅੰਮ੍ਰਿਤਸਰ ਵਿਖੇ। ਜਦੋਂ ਸੱਚ ਪਾਤਸ਼ਾਹ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਜਾਂਦੇ ਨੇ, ਉੱਥੇ ਬਾਬਾ ਦਰਬਾਰਾ ਸਿੰਘ ਜੀ ਚੜ੍ਹਾਈ ਕਰ ਜਾਂਦੇ ਨੇ ਸੱਚ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ। ਬਾਬਾ ਦਰਬਾਰਾ ਸਿੰਘ ਜੀ ਦਾ ਜ਼ਿਕਰ ਤੁਸੀਂ ਸੁਣਿਆ ਆ ਕਿ ਜਿਹੜੇ ਪ੍ਰਦੇਸ਼ ਵੀ ਜਾਂਦੇ ਨੇ, ਸਤਿਗੁਰੂ ਰਾਮ ਸਿੰਘ ਦਾ ਸਭ ਤੋਂ ਪਹਿਲਾਂ ਦਰਸ਼ਨ ਉਹ ਕਰਦੇ ਨੇ, ਹੁਕਮਨਾਮੇ ਉਹ ਲੈ ਕੇ ਆਉਂਦੇ ਨੇ। ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਵਿਦੇਸ਼ ਵਿੱਚ ਆਉਂਦਾ ਹੈ ਕਿ ਮੈਨੂੰ ਥੋੜ੍ਹੀ ਸੰਭਾਲ ਆ ਬਾਬਾ ਦਰਬਾਰਾ ਸਿੰਘ ਜੀ ਦੀ, ਕਿ ਮੈਂ ਉਹਨਾਂ ਦੇ ਦਰਸ਼ਨ ਕੀਤੇ ਨੇ। ਮੈਂ ਬਹੁਤ ਛੋਟਾ ਸੀ ਉਸ ਵੇਲੇ ਜਦੋਂ ਮੈਂ ਉਹਨਾਂ ਦੇ ਦਰਸ਼ਨ ਕੀਤੇ ਨੇ ਬਾਬਾ ਦਰਬਾਰਾ ਸਿੰਘ ਜੀ ਦੇ। ਸੱਚ ਭਾਵ ਕਰਦੇ ਨੇ, ਉਹ ਬਾਬਾ ਜੀ ਦੱਸਦੇ ਹੁੰਦੇ ਸਨ ਕਿ ਮੈਂ ਰਾਏਪੁਰ ਦੇ ਸਨ, ਕਿ ਮੈਂ ਰਾਏਪੁਰ ਦਾ ਇਲਾਕਾ ਜਿਹੜਾ ਸੀ ਉਹ ਬਹੁਤ ਮੰਨਿਆ ਹੋਇਆ ਸੀ ਕਿ ਉੱਥੋਂ ਦੇ ਜਿਹੜੇ ਗਧੇ ਨੇ ਉਹ ਵੀ ਨਸ਼ੇੜੀ ਨੇ। ਲੋਕ ਇੰਨਾ ਨਸ਼ਾ ਕਰਦੇ ਸਨ। ਉਹ ਕਹਿੰਦੇ ਸੀ 500 ਚਿੜਾ, 100 ਮੁਰਗਾ, 2 ਬੱਕਰੇ ਮੈਂ ਸ਼ਰਾਬ ਦੇ ਨਾਣ ਵਿੱਚ ਪਾ ਕੇ ਅਤੇ ਫਿਰ ਸ਼ਰਾਬ ਕੱਢਦਾ ਹੁੰਦਾ ਸੀ। ਇੰਨਾ ਤਕੜਾ ਨਸ਼ਾ ਕਰਦੇ ਸੀ। ਫੀਮ ਜਿਹੜੀ ਸੀ ਉਸ ਸਮੇਂ ਮਨਾਹੀ ਨਹੀਂ ਸੀ ਹੁੰਦੀ। ਮੈਂ ਫੀਮ ਹਮੇਸ਼ਾ ਜਿੱਧਰ ਨੂੰ ਜਾਣਾ, ਖੇਤਾਂ ਵਿੱਚ ਜਾ ਕੇ ਦਰਖਤਾਂ ਨੂੰ ਲਾ ਕੇ ਲੁਕੋ ਕੇ ਆ ਜਾਣੀ ਉੱਥੇ, ਕਿ ਜਦੋਂ ਵੀ ਕੱਲ੍ਹ ਨੂੰ ਕਿਤੇ ਆਉਂਦੇ ਹੋਏ ਕਿ ਇਹ ਨਾ ਹੋਵੇ ਕਿ ਫੀਮ ਦੀ ਡੱਬੀ ਸਾਡੀ ਜੇਬ 'ਚੋਂ ਮੁੱਕ ਜਾਵੇ ਅਤੇ ਇੱਥੇ ਸਾਨੂੰ ਦਰਖਤ 'ਚੋਂ ਕਿਸੇ ਤੋਂ ਮਿਲ ਜਾਵੇ। ਇਸ ਤਰ੍ਹਾਂ ਦਰਖਤਾਂ ਨੂੰ ਲਾ ਕੇ ਫੀਮ ਉਹਨਾਂ ਨੇ ਰੱਖੀ ਹੋਈ ਸੀ। ਬਾਬਾ ਦਰਬਾਰਾ ਸਿੰਘ ਜੀ ਸਤਿਗੁਰੂ ਰਾਮ ਸਿੰਘ ਜੀ ਨੇ ਐਸੀ ਬਖਸ਼ਿਸ਼ ਕੀਤੀ, ਕਿਉਂਕਿ ਸਭਰਾਵਾਂ ਦੀ ਲੜਾਈ ਵਿੱਚ ਵੀ ਲੜੇ, ਦੇਸ਼ ਭਗਤੀ ਉਹਨਾਂ ਵਿੱਚ ਪੂਰੀ ਸੀ। ਸਤਿਗੁਰੂ ਰਾਮ ਸਿੰਘ ਦੇ ਚਰਨਾਂ ਵਿੱਚ ਆਏ ਅਤੇ ਆਉਂਦਿਆਂ ਸਾਰ ਹੀ ਉਸੇ ਤਰ੍ਹਾਂ ਹੀ ਫਿਰ ਜਿਹੜਾ ਸੱਚ ਪਾਤਸ਼ਾਹ ਜੀ ਨਾਮ ਨਿਵਰਤਨ ਦੀ ਲਹਿਰ ਚਲਾਈ। ਉਹਨਾਂ ਨੇ ਤਾਂ ਸ਼ੁਕਰ ਕੀਤਾ ਸੀ ਕਿ ਸਾਨੂੰ ਕਿਸੇ ਤਰੀਕੇ ਉਹ ਕਾਰਜ ਕਰਨ ਨੂੰ ਮਿਲਿਆ ਕਿ ਜਿਹਦੇ ਨਾਲ ਅਸੀਂ ਅੰਗਰੇਜ਼ਾਂ ਨੂੰ ਦੇਸ਼ ਵਿੱਚੋਂ ਬਾਹਰ ਕੱਢ ਸਕੀਏ। ਬਹੁਤ ਸੂਰਬੀਰ ਯੋਧੇ ਸਨ ਬਾਬਾ ਦਰਬਾਰਾ ਸਿੰਘ ਜੀ। ਸਤਿਗੁਰੂ ਰਾਮ ਸਿੰਘ ਜੀ ਦੇ ਸਮੇਂ 20-25 ਸਾਲ
ਉਹ ਸਰਕਾਰੀ ਦਰਬਾਰੇ ਮੁਖਤਿਆਰਨਾਮਾ ਸਾਗੂ ਰਾਮ ਹਰੀ ਸਿੰਘ ਜੀ ਦਾ ਬਾਬਾ ਦਰਬਾਰਾ ਸਿੰਘ ਜੀ ਕੋਲ ਸੀ। ਕੋਈ ਵੀ ਸਰਕਾਰ ਦਾ ਕੰਮ ਕਰਨਾ, ਸਰਕਾਰੀ ਦਫ਼ਤਰੀ ਕੰਮ ਸੀ, ਉਹ ਸਾਗੂ ਹਰੀ ਸਿੰਘ ਜੀ ਥਾਂ ਤੇ ਬਾਬਾ ਦਰਬਾਰਾ ਸਿੰਘ ਜੀ ਜਾਇਆ ਕਰਦੇ ਸਨ। ਇੰਨੀ ਬਖਸ਼ਿਸ਼ ਸੀ ਉਹਨਾਂ ਤੇ, ਇੰਨਾ ਵਿਸ਼ਵਾਸ ਸੀ ਸੱਚ ਪਾਤਸ਼ਾਹ ਜੀ ਨੂੰ। ਜਿਹੜੀ ਆ ਚਿੱਠੀ ਲਿਖੀ ਹੈ ਸਤਿਗੁਰੂ ਹਰੀ ਸਿੰਘ ਜੀ ਨੂੰ ਸਿੱਖਾਂ ਨੇ ਅਰਜ਼ ਕਰਕੇ ਕਿ ਅਸੀਂ ਅੰਗਰੇਜ਼ਾਂ ਨੂੰ ਆਖੀਏ ਕਿ ਸਾਗੂ ਰਾਮ ਸਿੰਘ ਜੀ ਨੂੰ ਹੁਣ ਤੇ ਛੱਡ ਦਿਓ, 29 ਸਾਲ ਹੋ ਗਏ ਨੇ, ਹੁਣ ਵਾਪਸ ਭੇਜ ਦਿਓ। ਉਸ ਚਿੱਠੀ ਬਾਰੇ ਵੀ ਸਤਿਗੁਰੂ ਰਾਮ ਸਿੰਘ ਜੀ ਹਰੀ ਸਿੰਘ ਜੀ ਬਚਨ ਕੀਤਾ ਸਿੱਖਾਂ ਨੂੰ ਕਿ ਬਾਬਾ ਦਰਬਾਰਾ ਸਿੰਘ ਨੂੰ ਪੜ੍ਹਾ ਲਓ, ਨਰਾਇਣ ਸਿੰਘ ਨੂੰ ਪੜ੍ਹਾ ਲਓ, ਇਹਨਾਂ ਦੋਨਾਂ ਨੂੰ ਪੜ੍ਹਾ ਲਵੋ, ਜੇ ਇਹ ਆਖਣ ਠੀਕ ਹੈ ਤਾਂ ਫਿਰ ਇਹਨੂੰ ਭੇਜ ਦਿਓ। ਇਸ ਤਰ੍ਹਾਂ ਦੇ ਅਨਿੰਨ ਸੇਵਕ ਸਨ ਬਾਬਾ ਦਰਬਾਰਾ ਸਿੰਘ ਜੀ ਸਤਿਗੁਰੂ ਹਰੀ ਸਿੰਘ ਜੀ ਦੇ ਸਮੇਂ। ਅੰਤਲਾ ਸਮਾਂ ਆਇਆ, ਸਤਿਗੁਰੂ ਹਰੀ ਸਿੰਘ ਜੀ ਦੇ ਨਾਲ ਦੌਰੇ ਵਿੱਚ ਵਿਚਰ ਰਹੇ ਨੇ। ਦੌਰੇ ਦੇ ਵਿੱਚ ਜਾਂਦਿਆਂ ਜਾਂਦਿਆਂ ਬੁਖਾਰ ਹੋਇਆ ਤੇ ਉਹਨਾਂ ਨੇ ਸਿੱਖਾਂ ਨੂੰ ਆਖਿਆ ਕਿ ਮੇਰੇ ਤੇ ਉੱਤੇ ਬੁਖਾਰ ਹੋਇਆ, ਦੁੱਧ ਪੀ ਕੇ ਤੇ ਕਹਿੰਦੇ ਮੈਨੂੰ ਠੰਡ ਲੱਗਦੀ ਏ, ਇੱਕ ਤਲਾਈ ਪਾ ਦਿਓ, 2 ਤਲਾਈਆਂ ਪਾ ਲਓ। ਇਸ ਤਰ੍ਹਾਂ ਆਪਣੇ ਉੱਤੇ ਤਲਾਈਆਂ ਪਵਾਈਆਂ ਤੇ ਉਹ ਬੁਖਾਰ ਜ਼ਿਆਦਾ ਹੋ ਗਿਆ ਤੇ ਉਹ ਇਸੇ ਤਰ੍ਹਾਂ ਚੜ੍ਹਾਈ ਕਰ ਗਏ। ਸਤਿਗੁਰੂ ਹਰੀ ਸਿੰਘ ਜੀ ਦੇ ਅਨਿੰਨ ਸੇਵਕ, ਸਾਗੂ ਰਾਮ ਸਿੰਘ ਜੀ ਦੇ ਵੀ ਪਹਿਲਾਂ ਸੇਵਕ ਸਨ, ਫਿਰ ਉਹ ਸਾਗੂ ਹਰੀ ਸਿੰਘ ਜੀ ਦੇ ਸੇਵਕ ਬਣੇ। ਉਹ ਅਨਿੰਨ ਸੇਵਕ ਸਨ ਸਤਿਗੁਰੂ ਰਾਮ ਸਿੰਘ ਜੀ ਤੇ ਸਾਗੂ ਹਰੀ ਸਿੰਘ ਜੀ ਦੇ ਬਾਬਾ ਦਰਬਾਰਾ ਸਿੰਘ ਜੀ। ਸਾਗੂ ਹਰੀ ਸਿੰਘ ਜੀ ਫਿਰ ਆਪ ਉਹਨਾਂ ਦਾ ਸੰਸਕਾਰ ਕਰਕੇ ਫਿਰ ਉਸ ਤੋਂ ਅੱਗੇ ਦੌਰਾ ਜਾਂਦਾ ਹੈ। ਸਾਧ ਸੰਗਤ ਜੀ, ਸਮਾਂ ਸਮਾਪਤ ਹੈ। ਮੈਂ ਇੰਨਾ ਕੁਝ ਹੀ ਕਹਿੰਦਾ ਹੋਇਆ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕ ਹਾਂ। ਸਤਿ ਸ੍ਰੀ ਅਕਾਲ। ਹੁਣ ਅਰਦਾਸ ਹੋਏਗੀ, ਸਾਰੇ ਸਾਧ ਸੰਗਤ ਅਰਦਾਸ।